मैडम बलजीत कौर जी, समूह स्टाफ ਅਤੇ विद्यार्थी बाबा कृपाल सिंह जी क्योंकि वो सवेर तो ही तैयार होए बैठे ने, उन्होंने बाबा जी के सन्मुख करांगे। वो अपनी डांस जी परफॉर्मेंस संजपन चला गया ते जवानी चली गई, जिंदगी की कीमती निशानी चली गई। दिल है छोटा सा, छोटी सी आशा, मस्ती भरे मन की भोली सी आशा, चांद तारों को छूने की आशा, आसमान घोड़ा घोड़ा उठाते घोड़ा, लकड़ी की काठी की धूप पे तुम्हारा थोड़ा, घोड़ा 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 धूप उठाते घोड़ा। सत्कार दे बाबा कृपाल सिंह जी ते उन्हां दी समुची जिहड़ी टीम उन्हां दे नाल आई है ते साडे इस संस्था दे मैनेजर सरदार सरबजीत सिंह जी, सरदार कुलदीप सिंह जी झनेरी साहब, प्रिंसीपल मैडम डॉक्टर जोगिता शर्मा जी, सरदार हरविंदर सिंह जी काकड़ा जिला किसान विंग के प्रधान अकाली दल तो पहुंचे ने, उन्होंने भी स्वागत करते हैं। उचेचे तौर पर जोड़े साडे अज दे गैसट डॉक्टर मनीष मोहन शर्मा जी ये ऑब्जरवेशन करनगे इंग्लिश के मॉडलों की, प्रिंसीपल ने मैरिटोरियस स्कूल घाटा तो, मिसेस रजिंदर जी डायरेक्टर प्रिंसीपल अकाल किंडरगार्टन भवानीगढ़ तो, मिसेज रमनदीप कौर जी प्रिंसीपल मीरी पीरी विद्यालय ज्योति सर संगरूर तो, ते अगे गल करते हैं मिसेस सुखदीप कौर जी मैथ तो ने, ऑब्जर्वर साडे मिस्टर रुपिंदर जी कंप्यूटर, मिसेज मनजिंदर साइंस, मिसेज मंजू हिंदी ते मिस्टर विक्रमजीत जी पंजाबी। सो ये साडे ओ जजेस ने जिन्हां ने साडे अज दे इस विशेष समागम दे विच जजमेंट देनी है ते विद्यार्थियों के कीते हुए कार्यों की सराहना करनी है, उन्होंने कुछ नुक्स फड़ के उन्होंने सुधारने लई मोटिवेट करना ते उन्होंने कीते हुए काम नूं प्रोत्साहन देना। फास्ट आगे कबूतर उड़ते जाएंगे बाद मुनीर सर भी कबूतरां नूं उड़ा के कबूतरां दा उड़ाना खुशी का प्रतीक है ते उत्साह की निशानी है। लो
ਕਿਹੜੇ ਮੋਡਲ ਉਹ ਦੇਖੀ ਯਾਰ ਮੈਡਮ ਬੁਲਾ ਰਹੇ ਨੇ थोड़ी जिंदगी तेरी ददा दिला करे खावी नन्ना नाम नामी नामी दिया चुगली छड़ दे पप्पा पाप जो तू कर दे पप्पा फेल लेके आना बब्बा बात कहू कुछ पाना अब्बा क्लास बदला लोची मम्मा मारा करे ना सोची लाल मौत नू रखी लाला रब सारा रखी लाला गुना दे लाटू बाबा उद्यार जज पाटू लाला ना रखी कोई सब दे नन्ना सो सोई वाहेगुरु जी का खालसा वाहेगुरु जी फतेह। दस गुरु साहिबान बनाए बाबा जी। ਹਾਂਜੀ ਸਤਿ ਸ੍ਰੀ ਅਕਾਲ ਜੀ। ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਦੀਵਾਨ ਟੋਡਰਮਲ ਪਬਲਿਕ ਸਕੂਲ ਕਾਕੜਾ ਦੇ ਵਿਹੜੇ ਵਿੱਚ ਖੜੇ ਹਾਂ ਤੇ ਅੱਜ ਇਸ ਸਕੂਲ ਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ। ਇਹ ਜਿਹੜਾ ਪ੍ਰੋਗਰਾਮ ਹੈ ਪੁਰਾਤਨ ਪੰਜਾਬੀ ਵਿਰਸੇ ਨੂੰ ਤੇ ਪੜ੍ਹਾਈ ਦੇ ਜਿਹੜੇ ਵੱਖ-ਵੱਖ ਪਾਰਟ ਨੇ, ਵੱਖ-ਵੱਖ ਸਬਜੈਕਟ ਨੇ, ਉਹਨਾਂ ਨੂੰ ਧਿਆਨ ਹਿੱਤ ਰੱਖਦੇ ਬਣਾਇਆ ਗਿਆ। ਇਹਦੇ ਵਿੱਚ ਪੰਜਾਬੀ ਦੇ, ਹਿੰਦੀ ਦੇ, ਇੰਗਲਿਸ਼ ਦੇ, ਸਾਇੰਸ ਦੇ, SST ਦੇ ਤੇ ਖਾਸ ਤੌਰ ਤੇ ਜਿਹੜਾ ਪੰਜਾਬੀ ਵਿਰਸੇ ਦੇ ਬਹੁਤ ਸਾਰੇ ਜਿਹੜੇ ਮਾਡਲ ਬਣਾਏ ਗਏ ਨੇ ਤੇ ਨਾਲ ਹੀ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਜਿਵੇਂ ਕਿ ਸਾਡੇ ਅਸੀਂ ਕਹਿੰਦੇ ਆ ਕਿ ਜਿਹੜਾ ਪੰਜਾਬ ਗੌਰਮੈਂਟ ਆ ਉਹਨਾਂ ਨੇ ਉਪਰਾਲਾ ਕੀਤਾ ਕਿ ਅਸੀਂ ਪੰਜਾਬੀ ਮਾਤ ਭਾਸ਼ਾ ਨੂੰ ਤੇ ਪੰਜਾਬੀਅਤ ਨੂੰ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰੀਏ। ਸੋ ਸਕੂਲ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਮਾਡਲ ਨੇ ਸਿੱਖ ਰਿਲੀਜਨ ਦੇ ਬਣਾਏ ਗਏ ਨੇ, ਪੰਜਾਬੀ ਸੱਭਿਆਚਾਰ ਦੇ ਬਹੁਤ ਸਾਰੇ ਮਾਡਲ ਇੱਥੇ ਰੱਖੇ ਗਏ ਨੇ ਤੇ ਇੱਕ ਜਿਹੜੀ ਖਿੱਚ ਦਾ ਆਕਰਸ਼ਣ ਸੀ ਉਹ ਅਸੀਂ ਦੇਖਦੇ ਹਾਂ ਇੱਥੋਂ ਦੀ ਪੰਜਾਬੀ ਰਸੋਈ, ਜਿੱਥੇ ਜਿਹੜੇ ਵਿਦਿਆਰਥੀ ਨੇ ਉਹਨੇ ਸਾਗ ਬਣਾਇਆ ਹੋਇਆ, ਮੱਕੀ ਦੀਆਂ ਰੋਟੀਆਂ ਨੇ, ਲੱਸੀ ਸਰਵ ਕੀਤੀ ਜਾ ਰਹੀ ਹੈ, ਕਿਤੇ ਸੇਵੀਆਂ ਵੱਟੀਆਂ ਜਾ ਰਹੀਆਂ ਨੇ, ਕਿਤੇ ਚਰਖੇ ਚਲਾਏ ਜਾ ਰਹੇ ਨੇ ਤੇ ਕਿਤੇ ਪੁਰਾਤਨ ਜੋ ਸਾਡੀ ਪਿੰਡਾਂ ਦੇ ਵਿੱਚ ਭੱਠੀ ਹੁੰਦੀ ਸੀ ਉਹ ਅੱਜ ਕੱਲ੍ਹ ਭੱਠੀਆਂ ਅਲੋਪ ਹੋ ਚੁੱਕੀਆਂ ਨੇ। ਇੱਥੇ ਪੁਰਾਤਨ ਇੱਕ ਭੱਠੀ ਚੱਲਦੀ ਦਿਖਾਈ ਗਈ ਆ ਜਿਹਦੇ ਵਿੱਚ ਮੱਕੀ ਦੇ ਦਾਣੇ ਭੁੰਨੇ ਜਾ ਰਹੇ ਨੇ
ਤੇ ਜਿਹੜੇ ਉਰੇ ਸਾਡੇ ਵਿਦਿਆਰਥੀ ਉਹਨਾਂ ਦੇ ਮਾਪੇ ਆਏ ਨੇ ਉਹ ਦਾਣੇ ਭੁਨਾ ਕੇ ਖਾ ਵੀ ਰਹੇ ਨੇ, ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾ ਵੀ ਰਹੇ ਨੇ। ਸੋ ਇਹ ਬਹੁਤ ਵਧੀਆ ਇੱਕ ਇਵੈਂਟ ਆ। ਆਓ ਇਸ ਇਵੈਂਟ ਦੀਆਂ ਕੁਝ ਝਾਕੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਹਾਂਜੀ, ਮੇਰੇ ਪਿੱਛੇ ਜਿਹੜੀ ਤੁਸੀਂ ਦੇਖ ਰਹੇ ਹੋ ਪੁਰਾਤਨ ਛੰਨ ਹੈ। ਛੰਨ ਦੀਆਂ ਵੀ 3 ਕੈਟਾਗਰੀਆਂ ਨੇ, ਇੱਕ ਛੰਨ ਹੈ, ਇੱਕ ਟੱਪ ਹੈ। ਜਿਹੜਾ ਟੱਪ ਹੈ ਉਹਦੇ ਅੰਦਰ ਜਿਹੜੇ ਪਸ਼ੂ ਬੰਨੇ ਜਾਂਦੇ ਨੇ, ਜਿਹੜੀ ਛੰਨ ਹੁੰਦੀ ਆ ਪੁਰਾਤਨ ਜਿਹੜੇ ਗਰੀਬ ਲੋਕ ਸੀਗੇ ਇਹਦੇ ਅੰਦਰ ਰਿਹਾਇਸ਼ ਵੀ ਕਰ ਲੈਂਦੇ ਸਨ। ਸੋ ਇਹ ਜਿਹੜੀ ਦੇਖ ਰਹੇ ਹੋ ਮੇਰੇ ਪਿੱਛੇ ਛੰਨ ਹੈ ਤੇ ਇਹਦੇ ਬਿਲਕੁਲ ਨੀਚੇ ਤੁਸੀਂ ਦੇਖ ਰਹੇ ਹੋ ਇਹ ਭੱਠੀ ਆ, ਲਾਈਵ ਭੱਠੀ। ਨੀਚੇ ਖਿੱਲਾਂ ਵੀ ਤੁਸੀਂ ਦੇਖ ਰਹੇ ਹੋ ਖਿੰਡੀਆਂ ਹੋਈਆਂ ਨੇ ਤੇ ਮਾਤਾ ਜੀ ਬੈਠੇ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ੍ਰੀ ਅਕਾਲ ਇਹ ਤੁਸੀਂ ਕੀ ਭੁੰਨ ਰਹੇ ਹੋ ਜੀ? ਜੀ ਮੱਕੀ ਭੁੰਨਦੇ ਆ ਜੀ। ਇਹ ਜਿਹੜਾ ਮੱਕੀ ਦੀਆਂ ਖਿੱਲਾਂ ਨੇ ਹਾਂ ਜੀ, ਤੁਸੀਂ ਭੁੰਨ ਰਹੇ ਹੋ, ਮਾਂ-ਬਾਪ ਖਰੀਦ ਰਹੇ ਨੇ, ਲੈ ਰਹੇ ਨੇ? ਹਾਂ ਜੀ, ਹਾਂ ਬਹੁਤ ਵਿਕਦੀਆਂ ਨੇਗੀਆਂ। ਓਕੇ, ਜਿਹੜੀਆਂ ਮੱਕੀ ਦੀਆਂ ਖਿੱਲਾਂ ਨੇ ਕਿਹਦੇ ਵਿੱਚ ਭੁੰਨ ਰਹੇ ਹੋ? ਇਹ ਤਾਸਲੇ ਚ ਭੁੰਨਦੇ ਆ ਜੀ। ਤਾਸਲੇ 'ਚ। ਆਹ ਜਿਹੜੀ ਤੁਸੀਂ ਲਗਾਈ ਗਈ ਹੈ ਇਹਨੂੰ ਕੀ ਬੋਲਦੇ ਨੇ, ਨੀਚੇ ਬਣਾਈ ਗਈ ਹੈ ਜਿਹੜੀ? ਇਹ ਆਹ ਜੀ, ਹਾਂਜੀ ਹਾਂ, ਇਹ ਪੱਠੀ। ਪੱਠੀ ਬਣਾਈ ਗਈ ਆ। ਹਾਂ ਜੀ। ਤੇ ਆਹ ਜਿਹੜਾ ਨਾਲ ਤੁਸੀਂ ਜਿਹੜਾ ਭੁੰਨ ਰਹੇ ਹੋ ਇਹ ਕੀ ਰੱਖਿਆ ਔਜ਼ਾਰ? ਇਹ ਸਾਲਣੀ ਹੈ ਜੀ, ਦਾਤੀ ਹੈ। ਇਹ ਛਾਲਣੀ ਆ ਤੇ ਇਹ ਦਾਤੀ ਹੈ। ਤੇ ਖਿੱਲਾਂ ਭੁੱਜ ਰਹੀਆਂ ਨੇ, ਬਹੁਤ ਸਾਰੇ ਮਾਪੇ ਤੁਹਾਡੇ ਤੋਂ ਖਿੱਲਾਂ ਲੈ ਕੇ ਗਏ। ਹਾਂ, ਲੈ ਇਹ ਗਏ। ਜਿਹੜੀਆਂ ਭੱਠੀਆਂ ਨੇ ਅੱਜ ਕੱਲ ਪਿੰਡਾਂ 'ਚੋਂ ਲੋਪ ਹੋ ਗਈਆਂ। ਹੁਣ ਕਿਤੇ ਨਾ ਕਿਤੇ ਸਾਡੇ ਵਿਰਸੇ ਦੇ ਵਿੱਚ ਸਿਰਫ ਭੱਠੀਆਂ ਰਹਿ ਹੀ ਗਈਆਂ ਦਿਖਾਉਂਦੇ ਨੇ। ਤੁਸੀਂ ਅੱਜ ਭੱਠੀ ਦੇ ਕੰਮ ਕਰ ਰਹੇ ਹੋ, ਕੋਈ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ, ਕੁਝ ਚੰਗਾ ਲੱਗਿਆ? ਬਹੁਤ ਜੀ। ਦੇਖੋ ਜਮਾਰ ਭੁੰਨੀ ਜੀ, ਬਾਰੀ ਨਹੀਂ ਤੀ ਮਿਲਦੀ, ਇੰਨੀ ਚਾਵਤੀ ਮੱਕੀ ਦੀ, ਮੂੰਗਫਲੀ ਦੀ ਤੇ ਆਹ ਛੋਲਿਆਂ ਦੀ। ਜੀ, ਸਾਰੇ ਚੀਜ਼ਾਂ ਭੁੰਨਦੇ ਜੀ। ਹੁਣ ਅੱਗੇ ਬਿਮਾਰੀਆਂ ਨਹੀਂ ਤੀਆਂ, ਇਹ ਚੀਜ਼ਾਂ ਖਾਂਦੇ ਤੇ ਹੁਣ ਬਿਮਾਰੀਆਂ ਫੈਲ ਰਹੀਆਂ, ਇਹ ਚੀਜ਼ਾਂ ਘਟ ਗਈਆਂ। ਜੀ। ਹਾਂ ਜੀ, ਘੱਟ ਖਾਂਦੇ ਨੇ। ਹਾਂ ਜੀ, ਘੱਟ ਹੁਣ ਖਾਂਦੇ ਜਿਹੜਾ ਨੇ। ਪਿੰਡ 'ਚ ਇਹ ਚੀਜ਼ ਬਿਲਕੁਲ ਖਤਮ ਹੋ ਗਈ ਤੁਹਾਡੇ ਹਾਂ ਪਿੰਡ ਜੀ, 'ਚ? ਹਾਂ ਖਤਮ ਹੈ। ਲਓ ਜੀ, ਇਹ ਮਾਤਾ ਜੀ ਸੀਗੇ ਜਿਹੜੇ ਦੱਸਦੇ ਨੇ ਕਿ ਆਪਦੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਜਿਹੜੇ ਅਨਾਜ ਸੀਗੇ ਭੁਨਾਉਣ ਆਉਂਦੇ ਸੀ ਲੋਕ, ਬਟ ਅੱਜ ਕੱਲ ਇਹ ਚੀਜ਼ ਅਲੋਪ ਹੋ ਚੁੱਕੀ ਆ। ਪੁਰਾਤਨ ਸੱਭਿਆਚਾਰ ਦੀ ਇੱਕ ਵੰਨਗੀ ਅਸੀਂ ਦੇਖੀ ਹੈ, ਇਹ ਚੱਲਦੀ ਭੱਠੀ। ਹਾਂਜੀ, ਇਵੈਂਟ ਦੇ ਵਿੱਚ ਅਸੀਂ ਅੱਗੇ ਆਏ ਆ। ਇੱਥੇ ਕੁਝ ਬੱਚੇ ਨੇ ਜਿਹੜੇ ਕੁੰਡੀ ਸੋਟੇ ਦੇ ਨਾਲ ਕੁਝ ਬਣਾ ਰਹੇ ਨੇ। ਪੁੱਛਦੇ ਹਾਂਜੀ ਬੇਟਾ ਕੀ ਬਣਾ ਰਹੇ ਹੋ ਤੁਸੀਂ? ਜੀ ਅਸੀਂ ਚਟਨੀ ਬਣਾ ਰਹੇ ਹਾਂ। ਇਹ ਚਟਨੀ ਕਿਹਦੀ ਬਣਾ ਰਹੇ ਹੋ ਤੁਸੀਂ? ਇਹ ਹਰੀਆਂ ਮਿਰਚਾਂ ਤੇ ਪਿਆਜ਼ ਪਾ ਕੇ ਬਣਾਈ ਹੋਈ ਹੈ। ਓਕੇ, ਕੀ ਇਹ ਮਤਲਬ ਕੁੰਡਾ ਤੇ ਸੋਟਾ ਹਾਂਜੀ। ਜਿਹਨਾਂ ਕੁੱਟ ਰਹੇ ਹੋ? ਹਾਂਜੀ। ਅੱਛਾ, ਇਹ ਜਿਹੜੀ ਚਟਨੀ ਤੁਸੀਂ ਖਾਂਦੇ ਆ। ਓਕੇ, ਇਹਨੂੰ ਰੋਟੀ ਜੇ ਕਿਸੇ ਟਾਈਮ ਆਪਣੇ ਕੋਲ ਸਬਜ਼ੀ ਨਹੀਂ ਬਣੀ ਤਾਂ ਅਸੀਂ ਪੁਰਾਣੇ ਸਮੇਂ 'ਚ ਜਿਹੜੀ ਇਹ ਚਟਨੀ ਕੁੱਟ ਕੇ ਉਦਾਂ ਖਾ ਲੈਂਦੇ ਸੀ। ਆ ਇੱਕ ਬੱਚਾ ਸਾਡੇ ਕੋਲੇ ਹੋਰ ਆ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬੇਟਾ, ਤੁਸੀਂ ਜਿਹੜਾ ਟਾਸਕ ਕਰ ਰਹੇ ਹੋ ਕੀ ਕਰ ਰਹੇ ਹੋ ਤੁਸੀਂ? ਸਰ ਅਸੀਂ ਲੱਸੀ ਰਿੜਕ ਰਹੇ ਹਾਂ। ਹਾਂ, ਦੁੱਧ ਰਿੜਕ ਰਹੇ ਨੇ। ਇਹ ਰਿੜਕਣਾ ਤੇ ਇਹਦੇ ਵਿੱਚ ਜਿਹੜੇ ਬੱਚੇ ਨੇ ਉਹ ਦੁੱਧ ਰਿੜਕ ਰਹੇ ਨੇ। ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਲੱਸੀ, ਸਰੋਂ ਦਾ ਸਾਗ ਤੇ ਚਟਨੀ ਸਾਡੇ ਜਿਹੜੇ ਮੁੱਖ ਪਕਵਾਨ ਹੁੰਦੇ ਸੀ। ਇਹ ਜਿਹੜੇ ਬੱਚੇ ਨੇ ਤੁਹਾਡੇ ਨਾਲ ਦੇਖੋ ਦੁੱਧ ਰਿੜਕ ਰਹੇ ਨੇ। ਇਹਦੇ ਵਿੱਚ ਤੁਸੀਂ ਕੀ ਰੱਖਿਆ ਬੇਟਾ? ਇਹਦੇ ਵਿੱਚ ਸਰ ਇਹਦੇ ਵਿੱਚ ਅਸੀਂ ਦੁੱਧ ਰੱਖਿਆ। ਇਹਦੇ ਵਿੱਚ ਦੁੱਧ ਰੱਖਿਆ ਤੇ ਲੱਸੀ ਇਹਨਾਂ ਨੇ ਜਿਹੜੀ ਰਿੜਕ ਰਹੇ ਨੇ ਦੁੱਧ ਉਹਦੇ ਵਿੱਚ ਪਾਈ ਹੋਈ ਆ। ਤੇ ਅੱਗੇ ਗੱਲ ਕਰਦੇ ਆ। ਹਾਂਜੀ ਬੇਟਾ, ਤੁਸੀਂ ਕੀ ਕਰ ਰਹੇ ਹੋ? ਅਸੀਂ ਮੱਕੀ ਦੀਆਂ ਰੋਟੀਆਂ ਬਣਾ ਰਹੇ ਹਾਂ ਤੇ ਸਰੋਂ ਦਾ ਸਾਗ ਬਣਾ ਰਹੇ ਹਾਂ। ਜੇ ਅਸੀਂ ਖਾਣ ਨੂੰ ਮੰਗੀਏ ਸਾਨੂੰ ਮਿਲੂਗਾ ਖਾਣ ਨੂੰ? ਹਾਂਜੀ ਸਰ, ਜ਼ਰੂਰ ਮਿਲੇਗਾ। ਤੇ ਜਿਹੜੇ ਪੇਰੈਂਟਸ ਤੁਹਾਡੇ ਕੋਲੇ ਆਏ ਨੇ ਤੁਸੀਂ ਉਹਨਾਂ ਨੂੰ ਖਵਾਇਆ? ਅੱਜ ਕਿੰਨੇ ਕੁ ਪੇਰੈਂਟਸ ਤੁਹਾਡੇ ਕੋਲੇ ਖਾ ਕੇ ਗਏ ਨੇ ਮੱਕੀ ਦੀ ਰੋਟੀ? ਅੱਜ ਸਾਡੇ ਕੋਲ ਸਰ ਬਹੁਤ ਜ਼ਿਆਦਾ ਪੇਰੈਂਟਸ ਖਾ ਕੇ ਗਏ ਨੇ ਅਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮੱਕੀ ਦੀ ਰੋਟੀ ਖਾ ਕੇ ਤੇ ਨਾਲ ਸਰੋਂ ਦਾ ਸਾਗ ਖਾ ਕੇ। ਜਿਹੜਾ ਤੁਸੀਂ ਸਾਗ ਬਣਾਇਆ ਬੇਟਾ ਸਰੋਂ ਦਾ, ਇਹ ਕਿੱਦਾਂ ਬਣਦਾ? ਕੁਝ ਦੱਸੋਗੇ ਇਹਦੇ ਬਾਰੇ, ਕੀ ਕੁਝ ਪੈਂਦਾ ਇਹਦੇ ਵਿੱਚ? ਹਾਂਜੀ ਸਰ ਇਹਦੇ ਵਿੱਚ ਆਪਾਂ ਸਾਗ ਤੋੜ ਕੇ ਲਿਆਉਣੇ ਆਂਗੇ। ਇਹਦੇ ਵਿੱਚ ਪਾਲਕ ਪੈਂਦਾ, ਧਨੀਆ ਪੈਂਦਾ, ਮੇਥੇ ਪੈਂਦੇ ਨੇਗੇ। ਅੱਛਾ, ਫਿਰ ਇਹਨੂੰ ਬੇਟਾ ਕਾਹਦੇ ਵਿੱਚ ਬਣਾਉਂਦੇ ਨੇ ਜਿਵੇਂ ਤੁਸੀਂ ਬਣਾਉਂਦੇ ਹੋ ਘਰੇ? ਸਰ ਅਸੀਂ ਇਹਨੂੰ ਬਹੁਤ ਵੱਡੇ ਪਤੀਲੇ ਵਿੱਚ ਬਣਾਉਣੇ ਆਂਗੇ। ਇਹ ਜਲਦੀ ਬਣ ਜਾਂਦਾ, ਕੁਝ ਟਾਈਮ ਲੱਗਦਾ? ਸਰ ਕੁਝ ਟਾਈਮ ਲੱਗਦਾ ਹੈਗਾ ਇਹਨੂੰ ਬਣਾਉਣ ਲਈ। ਜਦੋਂ ਇਹ ਬੇਟਾ ਉਬਲ ਕੇ ਤਿਆਰ ਹੋ ਜਾਂਦਾ ਇਹਨੂੰ ਫਿਰ ਕੋਈ ਚੀਜ਼ ਮਿਕਸ ਹੁੰਦੀ ਹੈ ਇਹਦੇ ਵਿੱਚ ਬਾਅਦ ਦੇ ਵਿੱਚ? ਇਹਦੇ ਵਿੱਚ ਅਸੀਂ ਵੈਸੇ ਤਾਂ ਆਲਣ ਕਹਿੰਦੇ ਉਹਨੂੰ, ਆਲਣ ਲਾਉਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਦੇਸੀ ਘਿਓ ਮੱਖਣ ਪਾ ਕੇ ਫਿਰ ਇਹਨੂੰ ਲੈਸੇ ਦੇ ਨਾਲ ਖਾਂਦੇ ਆ। ਇਹ ਸਿਆਲ ਦਾ ਜਿਹੜਾ ਪਕਵਾਨ ਆ। ਸਾਡੀ ਬੇਟੀ ਚੁੱਲ੍ਹੇ ਚੌਂਕੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਮੱਕੀ ਦੀ ਰੋਟੀ ਇੱਧਰ ਲੈ ਰਹੀ ਆ ਤੇ ਨਾਲ ਹੀ ਅਸੀਂ ਕਹਾਂਗੇ ਕਿ ਇਹ ਸਾਗ ਵੀ ਦਿਖਾ ਦਿੱਤਾ ਜਾਵੇ। ਇਹਦੇ ਵਿੱਚ ਜਿਹੜਾ ਇਹਨਾਂ ਨੇ ਸਾਗ ਰੱਖਿਆ ਹੋਇਆ, ਸਵੇਰ ਤੋਂ ਲੈ ਕੇ ਵਿਦਿਆਰਥੀ ਨੇ ਜਿਹੜੇ ਆਪੋ ਆਪਣੇ ਟਾਸਕ ਤੇ ਵਿਅਸਤ ਨੇ। ਸੋ ਇਹ ਸੀਗਾ ਚੁੱਲ੍ਹੇ ਚੌਂਕੇ ਦੇ ਉੱਪਰ ਅਸੀਂ ਦੇਖਿਆ ਬੱਚੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਿਆਰ ਕਰ ਰਹੇ ਹਨ। ਹਾਂਜੀ, ਵੀਡੀਓ ਦੇ ਵਿੱਚ ਅਸੀਂ ਅੱਗੇ ਰੁਖ ਕਰਦੇ ਹਾਂ ਤੇ ਇੱਥੇ ਅਸੀਂ ਇੱਕ ਬੱਚੀ ਜਿਹੜੀ ਬੈਠੀ ਹੋਈ ਆ, ਬੜਾ ਸੋਹਣਾ ਪੰਜਾਬੀ ਉਹਨਾਂ ਨੇ ਸੂਟ ਪਹਿਨਿਆ ਹੋਇਆ ਤੇ ਉਹ ਕੀ ਕਰ ਰਹੇ ਇਹਨਾਂ ਨੂੰ ਪੁੱਛਦੇ। ਹਾਂਜੀ ਬੇਟਾ, ਤੁਸੀਂ ਕੀ ਕਰ ਰਹੇ ਹੋ ਜੀ? ਅਸੀਂ ਚਰਖਾ ਕੱਤ ਰਹੇ ਹਾਂ ਤੇ ਇਸ ਦੇ ਨਾਲ ਸੂਤ ਵੀ ਕੱਤਿਆ ਜਾਂਦਾ ਹੈ ਤੇ ਜਿਹਦੇ ਨਾਲ ਮੰਜੀਆਂ ਬਣਦੀਆਂ ਹਨ। ਓਕੇ, ਇਹ ਜਿਹੜੇ ਬੱਚੇ ਨੇ ਇਹ ਕਹਿ ਰਹੇ ਨੇ ਕਿ ਜਿਹੜਾ ਚਰਖਾ ਉਹ ਤਰਿੰਜਣਾ ਦੀ ਸ਼ਾਨ ਹੁੰਦਾ ਹੈ,
ਸੋ ਇਹ ਜਿਹੜੀ ਬੱਚੀ ਹੈ ਜਿਹੜੀ ਸਾਡੀ ਚਰਖੇ ਦੇ ਉੱਪਰ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਚਰਖਾ ਤੁਸੀਂ ਵੇਖ ਰਹੇ ਹੋ। ਤੇ ਆਓ ਵੀਡੀਓ ਦੇ ਵਿੱਚ ਅਸੀਂ ਅੱਗੇ ਕੁਝ ਹੋਰ ਸੱਭਿਆਚਾਰਕ ਰੰਗਾਂ ਨੂੰ ਤੁਹਾਡੇ ਨਾਲ ਵਿਖਾਉਂਦੇ ਹਾਂ, ਰੂਬਰੂ ਕਰਦੇ ਹਾਂ। ਦੇਖਦੇ ਹੋਏ ਅੱਗੇ ਵਧਦੇ ਹਾਂ। ਅਸੀਂ ਵੇਖ ਰਹੇ ਹਾਂ ਕਿ ਇਸ ਸਕੂਲ ਦੇ ਕੋਆਰਡੀਨੇਟਰ ਮੈਡਮ ਬਲਜੀਤ ਕੌਰ ਜੀ ਬੈਠੇ ਨੇ, ਉਹ ਕੀ ਕਰਦੇ ਨੇ ਆਓ ਉਹਨਾਂ ਨੂੰ ਪੁੱਛਦੇ ਹਾਂ। ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਇਹ ਮੈਡਮ ਤੁਸੀਂ ਕੀ ਕਰ ਰਹੇ ਹੋ ਜੀ? ਸਰ ਅਸੀਂ ਨਾ ਸੇਵੀਆਂ ਵੱਟ ਰਹੇ ਆ। ਇਹ ਜਿਹੜੀਆਂ ਸੇਵੀਆਂ ਤੁਸੀਂ ਵੱਟ ਰਹੇ ਹੋ ਕਾਹਦੇ ਉੱਪਰ ਤੇ ਕਿਵੇਂ ਵੱਟ ਰਹੇ ਹੋ ਜੀ? ਇਹ ਨਾ ਤੌੜੇ ਦੇ ਉੱਪਰ ਰੱਖ ਕੇ ਅਸੀਂ ਸੇਵੀਆਂ ਵੱਟ ਰਹੇ ਆ ਸਰ, ਤਾਂ ਕਿ ਸੇਵੀਆਂ ਦੀ ਹੁਣ ਜਿਵੇਂ ਮੌਸਮ ਹੈ ਅੱਗੇ ਸਰਦੀ ਵਾਲਾ ਮੌਸਮ ਹੈ, ਉਦੋਂ ਸਾਡੇ ਲੋਕ ਪੰਜਾਬ ਦੇ ਲੋਕ ਨੇ ਜਿਹੜੇ ਬੜੇ ਖੁਸ਼ ਹੋ ਕੇ ਸੇਵੀਆਂ ਖਾਂਦੇ ਨੇ ਤੇ ਮਹਿਮਾਨਾਂ ਦੇ ਲਈ ਵੀ ਪਰੋਸੀਆਂ ਜਾਂਦੀਆਂ ਨੇ। ਇਸ ਕਰਕੇ ਅਸੀਂ ਸੇਵੀਆਂ ਦੀ ਤਿਆਰੀ ਕਰ ਰਹੇ ਹਾਂ, ਸੇਵੀਆਂ ਵੱਟ ਰਹੇ ਹਾਂ ਜੀ। ਲਓ ਜੀ, ਇਹ ਬਲਜੀਤ ਮੈਮ ਨੇ ਜਿਹੜੇ ਤੌੜੇ ਦੇ ਉੱਪਰ ਸੇਵੀਆਂ ਵੱਟ ਰਹੇ ਨੇ। ਇਹ ਉਸ ਸਮੇਂ ਦੀ ਗੱਲ ਆ ਕਿ ਜਦੋਂ ਮਸ਼ੀਨਾਂ ਨਹੀਂ ਸੀ ਹੁੰਦੀਆਂ, ਹੱਥੀਂ ਜਿਹੜੀਆਂ ਸੇਵੀਆਂ ਉਹ ਵੱਟ ਕੇ ਤਿਆਰ ਕੀਤੇ। ਲਓ ਜੀ, ਅਸੀਂ ਕਲਚਰ ਰੰਗਾਂ ਨੂੰ ਵੇਖਦੇ ਹੋਏ ਅੱਗੇ ਗੱਲਬਾਤ ਕਰਦੇ ਹਾਂ। ਇਹ ਕਲਚਰਲ ਹੈੱਡ ਨੇ ਸਾਡੇ ਬੇਅੰਤ ਮੈਮ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਇਹਨਾਂ ਕੋਲੇ ਸਾਜੋ ਸਮਾਨ ਰੱਖਿਆ ਕਿ ਇਹਦੇ ਬਾਰੇ ਥੋੜੀ ਜਾਣਕਾਰੀ ਦੇਣਗੇ। ਮੈਡਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਰ, ਅਸੀਂ ਪਿੱਤਲ ਦੇ ਭਾਂਡੇ ਸਜਾਏ ਨੇ। ਇਹਨਾਂ ਦੇ ਬਹੁਤ ਸਾਰੇ ਫਾਇਦੇ ਸੀ, ਜਿਵੇਂ ਕਿ ਪਹਿਲਾਂ ਇਹ ਵਰਤੇ ਜਾਂਦੇ ਸੀ, ਹੁਣ ਬਿਲਕੁਲ ਅਲੋਪ ਹੋ ਚੁੱਕੇ ਨੇ। ਹੁਣ ਕੱਚ ਦੇ ਜਾਂ ਸਟੀਲ ਦੇ ਭਾਂਡੇ ਹੀ ਚੱਲ ਰਹੇ ਨੇ। ਇਹਨਾਂ ਨੂੰ ਲੱਭਣਾ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੈ, ਬਹੁਤ ਘੱਟ ਮਿਲਦੇ ਨੇ ਸਰ। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਪਿੱਤਲ ਦਾ ਜੱਗ ਆ, ਜੇ ਇਸ ਵਿੱਚ ਪਾਣੀ ਭਰ ਕੇ ਪੀਤਾ ਜਾਵੇ ਤਾਂ ਇਸ ਦੇ ਬਹੁਤ ਜ਼ਿਆਦਾ ਫਾਇਦੇ ਨੇ, ਉਹ ਸਾਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ। ਤੇ ਪਿੱਤਲ ਦੀਆਂ ਗੜਬੀਆਂ ਦੇਖ ਰਹੇ ਹੋ ਸਰ, ਇਹ ਵੀ ਪਿੱਤਲ ਦਾ ਜੱਗ ਹੈ ਸਰ। ਪਿੱਤਲ ਦੇ ਗਲਾਸ, ਜਿਵੇਂ ਕਿ ਪਿੱਤਲ ਦੀ ਬਾਲਟੀ, ਇਸ ਨੂੰ ਯੂਜ਼ ਬਹੁਤ ਆਸਾਨੀ ਨਾਲ ਕੀਤਾ ਜਾ ਸਕਦਾ। ਜਿਵੇਂ ਕਿ ਪਿੱਤਲ ਦੀ ਗਾਗਰ ਦੇਖ ਰਹੇ ਹੋ, ਇਸ ਨੂੰ ਟੋਕਣੀ ਵੀ ਕਿਹਾ ਜਾਂਦਾ। ਪਿੱਤਲ ਦੇ ਛੰਨੇ ਨੇ। ਤੇ ਸਰ ਪੁਰਾਤਨ ਤੱਕੜੀ ਜੋ ਹੁਣ ਬਿਲਕੁਲ ਅਲੋਪ ਹੋ ਚੁੱਕੀ ਹੈ, ਹੁਣ ਇਲੈਕਟ੍ਰੋਨਿਕ ਕੰਡੇ ਚੱਲ ਪਏ ਨੇ, ਇਹਨੂੰ ਬਹੁਤ ਮੁਸ਼ਕਿਲ ਨਾਲ ਲੱਭਿਆ ਜਾ ਸਕਦਾ। ਹਾਂਜੀ ਸਰ, ਇਹ ਜਿਵੇਂ ਕਿ ਇਹ ਟੋਕਣੀ ਦੇਖ ਰਹੇ ਹੋ ਤੁਸੀਂ, ਇਸ ਨੂੰ ਹੁਣ ਜਾਗੋ ਕੱਢਣ ਲਈ ਵਰਤਿਆ ਜਾਂਦਾ। ਜਿਵੇਂ ਇਸ ਦੇ ਉੱਪਰ ਦੀਵੇ ਸਜਾਏ ਜਾਂਦੇ ਨੇ, ਇਸ ਨੂੰ ਜਾਗੋ ਕੱਢਣ ਲਈ ਅਸੀਂ ਵਰਤਦੇ ਹਾਂ। ਲਓ ਜੀ, ਇਹ ਸਨ ਬੇਅੰਤ ਮੈਡਮ। ਇਹਨਾਂ ਨੇ ਪੁਰਾਤਨ ਜਿਹੜੇ ਸਾਡੇ ਅਲੋਪ ਹੋ ਰਹੇ ਪੁਰਾਣੇ ਬਰਤਨ ਨੇ ਉਹਨਾਂ ਬਾਰੇ ਬਹੁਤ ਖੂਬੀ ਜਾਣਕਾਰੀ ਦਿੱਤੀ ਆ। ਪਿੱਤਲ ਦੇ ਜਿਹੜੇ ਭਾਂਡੇ ਨੇ ਉਹਨਾਂ ਨੇ ਬੜੇ ਸਲੀਕੇ ਦੇ ਨਾਲ ਜਿਹੜੇ ਉਹਦੇ ਸਜਾ ਕੇ ਰੱਖੇ ਹੋਏ ਨੇ। ਆਓ ਅਸੀਂ ਇਸ ਸੱਭਿਆਚਾਰਕ ਰੰਗਾਂ ਨੂੰ ਹੋਰ ਅੱਗੇ ਦੇਖਦੇ ਹਾਂ। ਹਾਂਜੀ, ਜਿਵੇਂ ਅਸੀਂ ਪਹਿਲਾਂ ਬਹੁਤ ਸਾਰੇ ਜਿਹੜੇ ਕਲਚਰਲ ਰੰਗ ਦੇਖੇ ਨੇ, ਇੱਕ ਹੋਰ ਰੰਗ ਤੁਹਾਡੇ ਨਾਲ ਸਾਂਝਾ ਕਰ ਉਹ ਹੈ ਗੱਤਕਾ। ਗੱਤਕੇ ਦੇ ਜਿਹੜੇ ਬਹੁਤ ਸਾਰੇ ਇੰਸਟਰੂਮੈਂਟ ਤੁਸੀਂ ਇਹ ਦੇਖ ਸਕਦੇ ਹੋ, ਬਹੁਤ ਹੀ ਵਧੀਆ ਜਿਹੜੇ ਸਲੀਕੇ ਦੇ ਨਾਲ ਸਜਾਏ ਗਏ ਨੇ। ਜਿਵੇਂ ਕਿ ਗੋਲੀਆ, ਮਲੱਠੀ, ਕਿਰਪਾਨ, ਫਰੀ ਸੋਟੀ, ਜੰਗੀ ਗੋਲਾ, ਜਮਦਾੜ, ਤੇ ਇਹ ਹੈਗਾ ਸਾਫ ਗੋਲਾ, ਤੇ ਅੱਗੇ ਹੈਗੀ ਆ ਨਾਗਣੀ। ਇਹ ਜਿਹੜੇ ਗੱਤਕਾ ਦੀ ਜਿਹੜੀ ਸਾਡੀ ਵਿਰਾਸਤੀ ਸਾਡੀ ਖੇਡ ਹੈ ਗੱਤਕਾ, ਉਹਦੇ ਨਾਲ ਸੰਬੰਧਿਤ ਬਹੁਤ ਸਾਰੇ ਇੰਸਟਰੂਮੈਂਟ ਇੱਥੇ ਰੱਖੇ ਹੋਏ ਨੇ। ਸੋ ਆਓ ਆਪਾਂ ਵੀਡੀਓ ਦੇ ਵਿੱਚ ਅੱਗੇ ਦੇਖਦੇ ਹਾਂ। ਸਿੱਖ ਰਿਲੀਜਨ ਦੀ ਬਹੁਤ ਸਾਰੀ ਜਿਹੜੀ ਜਾਣਕਾਰੀ ਦਿੰਦੇ ਇੱਥੇ ਪਿਕਚਰਸ ਰੱਖੀਆਂ ਗਈਆਂ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਜੇ ਗੱਲ ਕਰੀਏ, ਅਸੀਂ ਮਨਾਇਆ, ਉਹਨਾਂ ਦਾ ਜਿਹੜਾ ਮੈਸੇਜ ਆ ਉਸ ਨੂੰ ਇਹ ਦੇਖ ਸਕਦੇ ਹੋ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਹੇ ਕਲਪੁਰਖ ਵਾਹਿਗੁਰੂ ਜੀਓ, ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ। ਇੱਕ ਬੇਨਤੀ ਨੂੰ ਇੱਥੇ ਜਿਹੜਾ ਇਸ ਫੋਟੋ ਰਾਹੀਂ ਦਰਸਾਇਆ ਗਿਆ ਹੈ। ਅਗਲੀ ਫੋਟੋ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਦੀਵਾਨ ਟੋਡਰਮਲ ਜੀ ਦੀ ਹਿਸਟਰੀ ਨੂੰ ਇੱਥੇ ਜਿਹੜਾ ਦਰਸਾਉਣ ਦੀ ਕੋਸ਼ਿਸ਼ ਕੀਤੀ ਆ। ਅਗਲਾ ਹੈਗਾ ਸਿੱਖ ਵਿਓਰਾ ਗੁਰੂ ਸਾਹਿਬਾਨ। ਇੱਥੇ ਵਿੱਚ ਤੁਸੀਂ ਦੇਖਿਓ ਕਿ ਗੁਰਮੁਖੀ ਦੇ ਵਿੱਚ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਨਾਮ ਤੇ ਉਹਨਾਂ ਦੀ ਜਿਹੜੀ ਜਨਮ ਤਰੀਕ ਇੱਥੇ ਦਿੱਤੀ ਗਈ ਹੈ। ਇਹ ਜਿਹੜੀ ਆਰਟ ਅਸੀਂ ਗੱਲ ਕਰ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜਾ ਸਕੈਚ ਤਿਆਰ ਕੀਤਾ ਗਿਆ। ਅੱਗੇ ਹਰਿਮੰਦਰ ਸਾਹਿਬ ਦੀ ਫੋਟੋ ਨੂੰ ਇੱਥੇ ਲਗਾਇਆ ਗਿਆ ਬੱਚਿਆਂ ਵੱਲੋਂ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਜੋ ਮੀਰੀ ਪੀਰੀ ਦੀ ਅਸੀਂ ਗੱਲ ਕਰਦੇ ਹਾਂ, ਉਸ ਫੋਟੋ ਨੂੰ ਇੱਥੇ ਦਰਸਾਇਆ ਗਿਆ। ਅੱਗੇ ਅਸੀਂ ਮਾਡਲ ਦੇ ਵਿੱਚ ਦੇਖਦੇ ਹਾਂ ਕਿ ਸਿੱਖ ਰਿਲੀਜਨ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਜਿਹੜੀਆਂ ਜੀਵਨੀ ਦੀਆਂ ਕੁਝ ਘਟਨਾਵਾਂ ਨੇ ਉਹਨਾਂ ਨੂੰ ਫਿਲਮਾਂਕਣ ਕੀਤਾ ਗਿਆ ਇੱਕ ਮਾਡਲ ਦੇ ਮਾਧਿਅਮ ਰਾਹੀਂ। ਅੱਗੇ ਅਸੀਂ ਵੀਡੀਓ ਦੇ ਵਿੱਚ ਦੇਖਦੇ ਹਾਂ ਗੁਰੂ ਅਰਜਨ ਦੇਵ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਜਿਹੜੀ ਗਾਥਾ ਕਹਿ ਸਕਦੇ ਇੱਕ ਮਾਡਲ ਰਾਹੀਂ ਪੇਸ਼ ਕੀਤੀ ਗਈ ਆ। ਅੱਗੇ ਜੋ ਸਾਡੇ ਸਿੰਘਾਂ ਨੂੰ ਚਰਖੜੀਆਂ ਦੇ ਉੱਪਰ ਚਾੜਿਆ ਗਿਆ, ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ ਕੱਟ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਸਾਡੇ ਸਿੱਖ ਇਤਿਹਾਸ ਨੂੰ ਜਿਹਨੂੰ ਅਸੀਂ ਅਰਦਾਸ ਦੇ ਵਿੱਚ ਵੇਖਦੇ ਹਾਂ, ਉਹਨੂੰ ਇੱਥੇ ਮਾਡਲ ਦੇ ਰਾਹੀਂ ਜਿਹੜਾ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ। ਅੱਗੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸੋ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਹੈ ਉਹ ਨਿਸ਼ਾਨ ਸਾਹਿਬ ਦਿਖਾਇਆ ਗਿਆ। ਤੇ ਜਿਹੜੇ ਸਾਡੇ ਗੁਰੂ ਪੀਰ ਪੈਗੰਬਰ ਉਹਨਾਂ ਦੀ ਜਿਹੜੀਆਂ ਫੋਟੋਆਂ ਨੂੰ ਵੀ ਇਸ ਮਾਡਲ ਦੇ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਗੇ ਹੈਗਾ ਪੰਜ ਕਕਾਰ, ਜਿਹੜਾ ਕਿਰਪਾਨ, ਕਸ਼ਹਿਰਾ, ਕੰਘਾ, ਕੜਾ ਤੇ ਕੇਸ ਇਸ ਮਾਡਲ ਦੇ ਵਿੱਚ ਦਿਖਾਏ ਗਏ ਨੇ।
ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੀਵਨੀ ਨਾਲ ਸੰਬੰਧਿਤ ਜਿਹੜਾ ਮਾਡਲ ਤਿਆਰ ਕੀਤਾ ਗਿਆ, ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਗੁਰੂ ਜੀ ਦੇ ਜੀਵਨ ਦੀਆਂ ਕੁਝ ਘਟਨਾਵਾਂ ਨੂੰ ਇੱਥੇ ਪਿਕਚਰਾਈਜ਼ ਕੀਤਾ ਗਿਆ ਹੈ। ਅੱਗੇ ਜਿਹੜੇ ਅਸੀਂ ਗੱਲ ਕਰੀਏ 5 ਕਕਾਰ, ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਉੱਪਰ ਕੇਸ ਹਨ, ਫਿਰ 2 ਨੰਬਰ ਤੇ ਕੜਾ ਹੈ, ਫਿਰ ਕੰਗਾ ਹੈ, ਤੇ ਉਸ ਤੋਂ ਬਾਅਦ ਹੈ ਕਿਰਪਾਨ ਤੇ ਕਸ਼ਹਿਰਾ। ਇਹ ਸਾਡੇ ਕਕਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬੱਚਿਆਂ ਵੱਲੋਂ। 10 ਗੁਰੂ ਸਾਹਿਬਾਨ ਦਾ ਜਿਹੜਾ ਮਾਡਲ ਬਣਾਇਆ ਗਿਆ, ਉਹਨਾਂ ਦੀ ਜਨਮ ਤਰੀਕ ਤੇ ਜਿਹੜਾ ਉਹਨਾਂ ਦਾ ਜੋਤੀ ਜੋਤ ਸਮਾਂ ਦੱਸ ਦਈਏ, ਤੁਸੀਂ ਮਾਡਲ ਦੇਖ ਸਕਦੇ ਹੋ। ਸਿੱਖ ਧਰਮ ਦੇ ਬਹੁਤ ਸੋਹਣੇ ਜਿਹੜੇ ਮਾਡਲ ਨੇ, ਇਹਨਾਂ ਦੇ ਇੱਥੋਂ ਦੇ ਜਿਹੜੇ ਅਧਿਆਪਕ ਨੇ ਨਵਦੀਪ ਸਰ, ਉਹਨਾਂ ਵੱਲੋਂ ਬਹੁਤ ਸੋਹਣੀ ਮਿਹਨਤ ਕੀਤੀ ਗਈ ਹੈ ਸਿੱਖ ਰਿਲੀਜਨ ਦੇ ਜਿਹੜੇ ਮਾਡਲ ਤਿਆਰ ਕਰਵਾ ਕੇ। 2 ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ, ਜਿਹੜੇ ਬਾਜੇ ਵੱਜ ਕੇ ਮੁੜ ਕੇ ਵੱਜਣੇ ਨਹੀਂ। ਸੋ ਉਹ 2 ਸਪੀਕਰਾਂ ਦੀ ਗੱਲ ਇੱਥੇ ਇੱਕ ਜਿਹੜਾ ਵਿਦਿਆਰਥੀ ਖੜਾ ਉਹਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬੇਟਾ, ਇਹ ਜਿਹੜੀ ਤੁਸੀਂ ਪਿੱਛੇ ਮੰਜੇ ਖੜੇ ਕੀਤੇ ਇਹਨਾਂ ਬਾਰੇ ਦੱਸੋਗੇ ਕੀ ਆ, ਜਾਂ ਤੁਸੀਂ ਅੱਜ ਜਿਹੜਾ ਇੱਥੇ ਤੁਹਾਡਾ ਰੋਲ ਕੀ ਆ? ਇਹ ਸਪੀਕਰ ਨੇ ਪਹਿਲਾਂ ਪੁਰਾਣੇ ਘਰਾਂ ਦੇ ਵਿੱਚ ਚੱਲਦੇ ਹੁੰਦੇ ਸੀਗੇ, ਲੋਕ ਆਪਣੇ ਵਿਆਹਾਂ ਤੋਂ 2-3 ਦਿਨ ਪਹਿਲਾਂ ਲਗਵਾ ਲੈਂਦੇ ਹੁੰਦੇ ਸੀਗੇ, ਅਤੇ ਹੁਣ ਤਾਂ ਨਵੇਂ ਡੀਜੇ ਆ ਗਏ, ਵੂਫਰ ਆ ਗਏ, ਹੁਣ ਕੋਈ ਇਹਨਾਂ ਨੂੰ ਲਵਾਉਂਦਾ ਨਹੀਂ, ਇਹਨਾਂ ਦੀ ਵਰਤੋਂ ਘੱਟ ਹੋ ਗਈ। ਇਹ ਜਿਹੜੇ ਤੁਸੀਂ ਸਪੀਕਰ ਲਾਏ ਨੇ, ਇਹ ਕਿਵੇਂ ਲਾਏ ਗਏ ਨੇ? ਇਹ ਮੰਜੇ ਨਾਲ ਮੰਜਾ ਜੋੜ ਕੇ ਸਪੀਕਰ ਲੱਗਦੇ ਹੁੰਦੇ ਸੀਗੇ ਜੀ। ਓਕੇ, ਇਹ ਜਿਹੜੇ 2 ਸਪੀਕਰ ਨੇ ਵਿਦਿਆਰਥੀ ਨੇ ਜਾਣਕਾਰੀ ਦਿੱਤੀ, ਬਹੁਤ ਵਧੀਆ ਕਿ ਜਿਹੜਾ ਹੁਣ ਡੀਜਿਆਂ ਦਾ ਦੌਰ ਆਉਣ ਕਰਕੇ ਸਪੀਕਰਾਂ ਦੀ ਕਦਰ ਆ ਉਹ ਘਟ ਗਈ ਹੈ। ਹਾਂਜੀ, ਅਸੀਂ ਅੱਗੇ ਗੱਲ ਕਰਦੇ ਹਾਂ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਹੈਡਿੰਗ ਲਿਖਿਆ ਹੋਇਆ ਝੋਨੇ ਦੀ ਪਰਾਲੀ। ਆਪਾਂ ਪੁੱਛਦੇ ਹਾਂ, ਹਾਂਜੀ ਬੇਟਾ, ਜਿਹੜੀ ਇਹ ਝੋਨੇ ਦੀ ਪਰਾਲੀ ਆ ਕਿਸ ਕੰਮ ਆਉਂਦੀ ਹੈ? ਇਹ ਝੋਨੇ ਦੀ ਪਰਾਲੀ ਤੋਂ ਆਪਾਂ ਸੁੱਗ ਵੱਟਦੇ ਹਾਂ ਜੀ। ਓਕੇ, ਇਹ ਜਿਹੜੀ ਪਰਾਲੀ ਰੱਖੀ ਗਈ ਆ ਸੁੱਬ ਵੱਟਣ ਲਈ। ਤੇ ਅੱਗੇ ਅਸੀਂ ਜਿਹੜੀ ਨਜ਼ਰ ਮਾਰਦੇ ਹਾਂ, ਇਹ ਲਾਇਆ ਹੋਇਆ ਨਜ਼ਰ ਪੱਟੂ ਤੇ ਤੂੜੀ ਵਾਲਾ ਕੁੱਪ। ਹਾਂਜੀ ਬੇਟਾ, ਤੁਸੀਂ ਜਾਣਕਾਰੀ ਦਿਓਗੇ ਕੀ ਚੀਜ਼ ਹੈ? ਸਰ ਪੁਰਾਣੇ ਸਮਿਆਂ 'ਚ ਡੰਗਰਾਂ ਦੀ ਜਿਹੜੀ ਤੂੜੀ ਹੁੰਦੀ ਹੈ ਸਰ, ਉਹਨੂੰ ਬਚਾ ਕੇ ਰੱਖਣ ਵਾਸਤੇ ਸਰ ਇਹ ਤੂੜੀ ਦੇ ਕੁੱਪ ਬਣਦੇ ਸੀ ਸਰ, ਜਿਵੇਂ ਅੱਜ ਕੱਲ੍ਹ ਲੋਕ ਆਪਣੇ ਕਮਰਿਆਂ 'ਚ ਧਰਦੇ ਨੇ ਤੂੜੀ। ਓਕੇ, ਇਹ ਜੀ ਪੁਰਾਣੇ ਸਮਿਆਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਤੂੜੀ ਨੂੰ ਸੰਭਾਲਣ ਲਈ ਇਦਾਂ ਦੇ ਕੁੱਪ ਬਣਾਏ ਜਾਂਦੇ ਸੀ। ਪਸ਼ੂਆਂ ਦੇ ਚਾਰੇ ਲਈ ਜਿਹੜੀ ਤੂੜੀ ਹੈ ਇੱਥੇ ਸਟੋਰ ਕਰਕੇ ਰੱਖੀ ਜਾਂਦੀ ਸੀ। ਸੋ ਅੱਗੇ ਅਸੀਂ ਗੱਲਬਾਤ ਕਰਦੇ ਹਾਂ। ਇਹਨੂੰ ਬੋਲਦੇ ਨੇ ਜੀ ਆਲਾ ਕੋਟ। ਆਲਾ ਕੋਟ ਦਾ ਭਾਵ 2 ਮੁੱਚਰ ਜਿਹੜੇ ਇਦਾਂ ਗਲੇਲ ਦੇ ਹੱਥੇ ਵਰਗੇ ਹੁੰਦੇ ਨੇ, ਇਹਨਾਂ ਨੂੰ ਗੱਡ ਕੇ ਇਹਦੇ ਆਲੇ ਦੁਆਲੇ ਜਿਹੜੀ ਖੇਤ ਦੇ ਵਾੜ ਕੀਤੀ ਜਾਂਦੀ ਆ, ਇਹਨੂੰ ਆਲਾ ਕੋਟ ਕਹਿੰਦੇ ਨੇ। ਇੱਥੇ ਜਿਹੜਾ ਟੈਗ ਲੱਗਿਆ ਲਿਖਿਆ ਸਾਡੇ ਖੇਤ ਜਾਂ ਸਾਡਾ ਖੇਤ, ਇਹ ਸਾਡੀ ਮੋਟਰ ਦਿਖਾਈ ਗਈ ਆ। ਉਹ ਬੱਚੇ ਖੜੇ ਨੇ, ਹੋਰ ਵੀ ਅਸੀਂ ਦੇਖਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ। ਹਾਂਜੀ ਬੇਟਾ, ਇਹ ਜਿਹੜੀ ਇਹ ਲੱਗੀ ਹੈ ਇਹਨੂੰ ਕੀ ਬੋਲਦੇ ਨੇ? ਇਹ ਮਤਲਬ ਹੀ ਆ ਤਾਂ ਹੈਗਾ ਹੀ ਡਰਨਾ ਆਪਣਾ, ਜਿਹੜਾ ਪੰਛੀਆਂ ਨੂੰ ਭਜਾਉਣ ਦੇ ਕੰਮ ਆਉਂਦਾ ਜੀ। ਮਤਲਬ ਜਿਵੇਂ ਉਰੇ ਜੀਰੀਆਂ 'ਚ ਆਪਣੇ ਫਸਲਾਂ 'ਚ ਕੰਮ ਆਉਂਦਾ ਜੀ ਇਹਦਾ। ਸਾਡੇ ਫਸਲਾਂ 'ਚ ਗਾਂ ਆਉਂਦੀਆਂ ਹੁੰਦੀਆਂ ਨੇ, ਗਾਵਾਂ ਨੂੰ ਵੀ ਡਰ ਜਾਂਦੇ ਹੁੰਦੇ ਨੇ। ਰਾਤ ਨੂੰ ਕਿਸਾਨ ਫਸਲਾਂ ਨੂੰ ਧਿਆਨ ਨਹੀਂ ਰੱਖ ਸਕਦੇ ਹੁੰਦੇ, ਕਿਉਂਕਿ ਰਾਤ ਹੁੰਦੀ, ਕਾਫੀ ਰਾਤ ਹੁੰਦੀ ਹੈ। ਪੰਛੀ ਆ ਕੇ ਖਰਾਬ ਕਰਦੇ ਨੇ, ਡਰਨੇ ਕਰਕੇ ਪੰਛੀ ਵੀ ਭੱਜ ਜਾਂਦੇ ਹੁੰਦੇ ਨੇ ਜੀ। ਹਾਂਜੀ, ਅਸੀਂ ਗੱਲਬਾਤ ਕਰਦੇ ਹਾਂ ਇੱਕ ਹੋਰ ਵਿਦਿਆਰਥੀ ਨਾਲ। ਹਾਂ ਬੇਟਾ, ਇਹ ਜੋ ਕੀਤੀ ਗਈ ਇਹਨੂੰ ਕੀ ਬੋਲਦੇ ਨੇ? ਸਰ ਇਹ ਖੇਤਾਂ ਦੀ ਵਾੜ ਕੀਤੀ। ਹਾਂਜੀ, ਆਪਾਂ ਸੱਭਿਆਚਾਰਕ ਰੰਗਾਂ ਦੀ ਗੱਲ ਕਰਦੇ ਹੋਏ ਅੱਗੇ ਆਉਨੇ ਆ। ਤੁਸੀਂ ਦੇਖ ਸਕਦੇ ਹੋ ਬੜੀਆਂ ਸੋਹਣੀਆਂ ਜਿਹੜੀਆਂ ਪੁਰਾਤਨ ਪੱਖੀਆਂ, ਝੱਲੇ, ਇਹਨੂੰ ਝੱਲਾ ਵੀ ਕਹਿ ਦਿੰਦਾ ਸੀ, ਝੱਲਣ ਵਾਲਾ, ਫੁਲਕਾਰੀਆਂ, ਪੱਖੀਆਂ ਬਹੁਤ ਸੋਹਣੀਆਂ, ਡੋਰੀਏ ਸੇ ਜਿਹੜੇ ਪੁਰਾਣੀਆਂ, ਇਹਨੂੰ ਬੱਤਕ ਬੋਲਦੇ ਸੀ। ਬਹੁਤ ਵਧੀਆ ਜਿਹੜਾ ਵਰਕ ਇਹ ਕੀਤਾ ਹੋਇਆ ਇਹਦੇ ਉੱਪਰ। ਇਹ ਦੇਖ ਸਕਦੇ ਹੋ ਪੁਰਾਤਨ ਜਿਹੜਾ ਇਹਨੂੰ ਪੈਰਟ ਬੋਲਦਾ, ਤੋਤਾ। ਇਹ ਹਸਤ ਕਲਾ ਦਾ ਨਮੂਨਾ ਬਹੁਤ ਸੋਹਣਾ ਜਿਹੜਾ ਰੱਖਿਆ ਗਿਆ, ਡੋਰੀਆਂ ਰੱਖੀਆਂ ਗਈਆਂ ਨੇ। ਤੇ ਅਸੀਂ ਅਗਲੇ ਇਹਦੇ ਵਿੱਚ ਪਾਰਟ 'ਚ ਗੱਲ ਕਰਦੇ ਹਾਂ। ਇਹਦੇ ਵਿੱਚ ਮਿੱਟੀ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਲੱਕੜ ਦੀ, ਇਹ ਦੇਖੋ ਕਿੰਨੀ ਘੈਂਟ ਜਿਹੜੀ ਲੱਕੜ ਦੀ ਆ। ਮੇ ਵੀ ਉਹਨਾਂ ਸਮਿਆਂ ਦੇ ਵਿੱਚ ਇਹਦੇ ਵਿੱਚ ਕੋਈ ਗਹਿਣਾ, ਕੋਈ ਪੈਸਾ, ਕੋਈ ਲੂਣਦਾਨੀ ਵੀ ਕਹਿ ਸਕਦੇ ਹਾਂ। ਇਹ ਪੁਰਾਤਨ ਜਿਹੜੀ ਘੜੀ ਆ ਇਹ ਦਿਖਾਇਆ ਗਿਆ। ਇਹ ਛਾਜਾ, ਇਹ ਪੁਰਾਤਨ ਜਿਹੜੇ ਰੇਡੀਓ ਨੇ ਅੱਜ ਕੱਲ੍ਹ ਘਰਾਂ 'ਚੋਂ ਲੋਪ ਹੋ ਗਏ, ਇਹਨੂੰ ਵੀ ਇੱਥੇ ਮਾਡਲ ਦੇ ਵਿੱਚ ਇਹਨਾਂ ਨੇ ਰੱਖਿਆ। ਤੇ ਪੁਰਾਤਨ ਜਿਹੜੀ ਕਰੰਸੀ ਆ, ਮੋਹਰਾਂ, ਸਿੱਕੇ, ਇਹਦੇ ਵਿੱਚ ਆਨੇ, ਧੇਲਾ, ਰੁਪਈਆ, 2 ਰੁਪਈਏ, 5 ਰੁਪਈਏ, 10 ਪੈਸੇ, 20 ਪੈਸੇ, 1 ਪੈਸਾ, 2 ਪੈਸਾ, ਤੇ ਇਹ ਡਬਲੀ ਪੈਸੇ ਵੀ ਇਹਨਾਂ ਨੂੰ ਕਹਿੰਦੇ ਨੇ। ਇਹ ਵੀ ਅਸੀਂ ਇੱਥੇ ਵਿਰਾਸਤੀ ਰੰਗ ਦੇ ਵਿੱਚ ਦੇਖਣ ਨੂੰ ਮਿਲਿਆ। ਤੇ ਮੰਜਾ ਬਿਸਤਰਾ ਲਗਾਇਆ ਗਿਆ ਇੱਥੇ। ਜਿਹੜੇ ਸਾਡੇ ਪੁਰਾਣੇ ਘਰਾਂ ਦੇ ਵਿੱਚ ਪ੍ਰਾਹੁਣਚਾਰੀ ਹੁੰਦੀ ਸੀ, ਉਹ ਉੱਪਰ ਲਿਖਿਆ ਵੀ ਹੋਇਆ ਉੱਥੇ ਪ੍ਰਾਹੁਣਚਾਰੀ ਕਿ ਆਏ ਗਏ ਜਿਹੜੇ ਗੈਸਟ ਹੁੰਦੇ ਸੀ ਉਹਨਾਂ ਦੀ ਆਓ ਭਗਤ ਕੀਤੀ ਜਾਂਦੀ ਸੀ। ਇਹ ਮੰਜਾ ਬਿਸਤਰਾ ਉਸੇ ਤਰ੍ਹਾਂ ਸਜਾਇਆ ਗਿਆ। ਲਓ ਜੀ, ਪੰਜਾਬੀ ਵਿਰਸੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਇੱਕ ਪੁਰਾਣਾ ਜਿਹੜਾ ਮਿੱਟੀ ਦਾ ਘਰ ਬਣਾਇਆ ਗਿਆ, ਜਿਹਨੂੰ ਪੁਰਾਤਨ ਘਰ ਵੀ ਕਿਹਾ ਗਿਆ। ਇਹ ਦੇਖ ਸਕਦੇ ਹੋ ਇਹਦੇ ਜਿਹੜਾ ਗੇਟ ਆ, ਗੇਟ ਦੇ ਉੱਪਰ ਅਤੇ ਘੁੱਗੀਆਂ, ਕਬੂਤਰ ਛਾਪੇ ਗਏ ਨੇ। ਬਹੁਤ ਸੋਹਣਾ ਜਿਹੜਾ ਆਰਟ ਕੀਤਾ ਗਿਆ। ਇਹਨੂੰ ਅਸੀਂ ਜਿਹੜਾ ਦੇਖ ਰਹੇ ਹੋ ਇਹਨੂੰ ਬੋਲਦੇ ਨੇ ਹਾਰਾ। ਇਹਦੇ ਵਿੱਚ ਜਿਹੜਾ ਦੁੱਧ ਕਾੜਿਆ ਜਾਂਦਾ ਸੀ। ਇਹ ਹੈ ਅੱਗੇ ਤੰਦੂਰ, ਇਹ ਹੈਗਾ ਘੜਾ,
ਇਹ ਟੋਕਰਾ ਰੱਖਿਆ ਗਿਆ, ਇਹਨੂੰ ਤੌਲਾ ਕਿਹਾ ਜਾਂਦਾ ਜੀ, ਦੁੱਧ ਰਿੜਕਿਆ ਜਾਂਦਾ ਸੀ। ਤੇ ਇਹ ਹੈ ਅੰਗੀਠੀ ਤੇ ਆ ਚੁੱਲ੍ਹੇ ਦਾ ਓਟਾ, ਚੁੱਲ੍ਹਾ ਚੌਂਕਾ, ਤਵਾ, ਚੱਕਲਾ, ਵੇਲਣਾ, ਪੀੜਾ। ਤੇ ਇਹ ਜਿਹੜਾ ਘਰ ਬਣਾਇਆ ਗਿਆ ਚੁਬਾਰਾ, ਇਹ ਘਰ ਦੇ ਉੱਪਰ ਜਿਹੜਾ ਇੱਕ ਕਮਰਾ ਪਾਇਆ ਇਸ ਨੂੰ ਚੁਬਾਰਾ ਬੋਲਿਆ ਜਾਂਦਾ। ਪੌੜੀਆਂ ਨੇ ਇਸ ਪਾਸੇ ਜਿਹੜਾ ਦੇਖ ਸਕਦੇ ਆ ਗੁਹਾਰਾ ਲਾਇਆ ਗਿਆ, ਇਹ ਪਾਥੀਆਂ ਪਏ। ਤੇ ਆ ਜਿਹੜਾ ਕੁੱਪ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਪੁਰਾਤਨ ਜਿਹੜਾ ਖੂਹਾ ਮਾਡਲ ਦੇ ਵਿੱਚ ਦਿਖਾਇਆ ਗਿਆ। ਇਹ ਟੱਪ ਦਿਖਾਇਆ ਗਿਆ, ਇੱਕ ਖੁਰਲੀ ਆ ਤੇ ਇਹਦੇ ਵਿੱਚ ਇਹ ਦੇਖ ਸਕਦੇ ਜਿਹੜੇ ਪਸ਼ੂ ਖੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਸ਼ੂ ਖੜੇ ਨੇ। ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਭੜੋਲੀਆਂ ਨੇ, ਕਿਹਨੇ ਲਿਪ ਕੇ ਭੜੋਲੇ ਵਿੱਚ ਪਾ ਲਿਆ, ਅੱਜ ਕੱਲ੍ਹ ਬੋਲਦਾ ਹੀ ਨਹੀਂ। ਇਹਨਾਂ ਭੜੋਲਿਆਂ ਦੇ ਵਿੱਚ ਪਹਿਲਾਂ ਵਾਲੇ ਸਮੇਂ ਦੇ ਵਿੱਚ ਕਣਕ, ਅਨਾਜ, ਬਹੁਤ ਸਾਰਾ ਸਮਾਨ ਜਿਹੜਾ ਸਾਂਭਿਆ ਜਾਂਦਾ ਸੀ। ਇਹ ਵੀ ਹਾਰਾ ਸੀ, ਇਹਦੇ ਵਿੱਚ ਦੁੱਧ ਰੱਖ ਲਿਆ ਜਾਂਦਾ ਸੀ। ਇਹ ਚੱਕਲਾ, ਵੇਲਣਾ, ਇਹਨੂੰ ਚੱਕਮਾ ਚੁੱਲ੍ਹਾ ਬੋਲਦੇ ਆ। ਤੇ ਉਹ ਚੱਕੀ ਆ, ਫਿਰ ਚੱਕਰ ਆ ਗਿਆ ਤੇ ਨਾਲ ਤੁਸੀਂ ਦੇਖ ਰਹੇ ਹੋ ਫਿਰ ਜਿਹੜਾ ਹੈ ਭੜੋਲਾ। ਇਹ ਜਿਹੜਾ ਪੁਰਾਤਨ ਸੱਭਿਆਚਾਰ ਦੇ ਵਿੱਚ ਬਹੁਤ ਸੋਹਣਾ ਮਾਡਲ ਆ, ਮਿੱਟੀ ਦਾ ਬਣਾਇਆ ਗਿਆ ਵਿਦਿਆਰਥੀਆਂ ਵੱਲੋਂ। ਅਗਲਾ ਜਿਹੜਾ ਪਾਰਟ ਹੈ SST ਦਾ ਆ ਗਿਆ। ਤੇ ਉਸ ਤੋਂ ਪਹਿਲਾਂ ਜਿਹੜੇ ਤੁਸੀਂ ਇਹ ਮਾਡਲ ਦੇਖ ਰਹੇ ਹੋ ਇਹ ਹਨ IT ਦੇ। IT ਵਿਸ਼ੇ ਦੀਆਂ ਬਹੁਤ ਸੋਹਣੀਆਂ ਬੱਚਿਆਂ ਨੇ ਜਿਹੜੀਆਂ ਆਪਣੀਆਂ ਕਲਾਕ੍ਰਿਤੀਆਂ ਦਿਖਾਈਆਂ ਨੇ, ਮਾਡਲ ਬਣਾਏ ਨੇ। ਇਹ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਮਾਡਲ ਬਣਾਇਆ ਗਿਆ। ਇਹ ਸੈਟੇਲਾਈਟ ਬਣਾਇਆ ਗਿਆ, ਕਿਵੇਂ ਕਮਿਊਨੀਕੇਟ ਕਰਦਾ ਸੈਟੇਲਾਈਟ ਦੇ ਥਰੂ ਪੂਰਾ ਕੰਪਿਊਟਰ ਸਿਸਟਮ। ਇਹ ਵਿੰਡੋ ਦਾ ਬਹੁਤ ਸੋਹਣਾ ਮਾਡਲ ਬਣਾਇਆ ਗਿਆ ਕੰਪਿਊਟਰ ਸਿਸਟਮ ਦਾ। ਅੱਗੇ ਆ ਗਿਆ ਸਾਡਾ SST ਦਾ ਮਾਡਲ। ਇਹਦੇ ਵਿੱਚ ਮੈਪ ਦਿਖਾਇਆ ਗਿਆ ਹੈ ਤੇ ਜਿਹੜੀਆਂ ਕੀਜ਼ ਲੱਗੀਆਂ ਨੇ, ਜਦੋਂ ਅਸੀਂ ਇਹਨਾਂ ਨੂੰ ਵਰਕਿੰਗ ਦੇ ਵਿੱਚ ਲਾਈਟ ਦਿੰਦੇ ਹਾਂ ਤੇ ਜਦੋਂ ਅਸੀਂ ਪ੍ਰੈਸ ਕਰਦੇ ਹਾਂ ਉਹ ਸਟੇਟ ਨੂੰ ਰਿਪਰੈਜ਼ੈਂਟ ਕਰਦੀ ਹੈ। ਸਵਿਚ ਜਦੋਂ ਨਾਮ ਲੈਂਦੇ ਉੱਥੇ ਬਲਿੰਕ ਹੁੰਦਾ। ਇਹ ਦੇਖ ਸਕਦੇ ਹੋ SST ਵਿਸ਼ੇ ਦੇ ਬਹੁਤ ਸੋਹਣੇ ਜਿਹੜੇ ਮਾਡਲ ਨੇ ਉਹ ਬਣਾਏ ਗਏ ਨੇ। ਤੇ ਫਿਰ ਅਗਲੇ ਜਿਹੜੇ ਮਾਡਲ ਨੇ ਅਸੀਂ ਪਹਿਲਾਂ ਵੀ ਤੁਹਾਨੂੰ ਵੀਡੀਓ 'ਚ ਦਿਖਾਏ ਨੇ, SST ਦੇ, ਪੰਜਾਬੀ ਦੇ ਤੇ ਪੰਜਾਬੀ ਸੱਭਿਆਚਾਰ ਦੇ ਵੱਖੋ ਵੱਖਰੇ ਮਾਡਲ ਤੁਸੀਂ ਦੇਖੇ। ਸੋ ਜੇਕਰ ਇਸ ਵੀਡੀਓ ਦੀ ਵੀ ਅਸੀਂ ਰਿਪੋਰਟ ਕਰੀਏ ਤੇ ਵੀਡੀਓ ਦੇ ਵਿੱਚ ਅਸੀਂ ਇਹੀ ਕਹਾਂਗੇ ਕਿ ਬੱਚਿਆਂ ਨੇ ਘੱਟ ਪੈਸੇ ਦੇ ਉੱਪਰ ਸਖਤ ਮਿਹਨਤ ਦੇ ਨਾਲ ਬਹੁਤ ਹੀ ਸੋਹਣੇ ਜਿਹੜੇ ਮਾਡਲ ਬਣਾਏ ਨੇ। ਦੀਵਾਨ ਟੋਡਰਮਲ ਪਬਲਿਕ ਸਕੂਲ ਕਾਕੜਾ ਦੇ ਵਿਹੜੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਅੱਜ ਇੱਥੇ ਇਕੱਲਾ ਸਟੱਡੀ ਦੇ ਨਾਲ ਸੰਬੰਧਿਤ ਹੀ ਨਹੀਂ ਸੀ, ਵੱਖ-ਵੱਖ ਜਿਹੜੇ ਪੜ੍ਹਾਈ ਦੇ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਸਕੂਲ ਦੇ ਵਿੱਚ ਵਿਦਿਆਰਥੀਆਂ ਨੇ ਪੇਸ਼ ਕੀਤਾ। ਸੋ ਇਸ ਰਿਪੋਰਟ ਦੇ ਵਿੱਚ ਅਸੀਂ ਇੰਨਾ ਹੀ ਕਹਾਂਗੇ ਕਿ ਬੱਚਿਆਂ ਦੀ, ਉਹਨਾਂ ਦੇ ਮਾਪਿਆਂ ਦੀ, ਵਿਦਿਆਰਥੀਆਂ ਦੀ ਤੇ ਮਿਹਨਤੀ ਅਧਿਆਪਕਾਂ ਦੀ ਜਿਹੜੀ ਇਹਦੇ ਵਿੱਚ ਸਾਨੂੰ ਝਲਕ ਨਜ਼ਰ ਆਈ। ਸੋ ਜਿਹੜੇ ਸਾਡੇ ਵਿਦਿਆਰਥੀ ਨੇ ਉਹਨਾਂ ਨੂੰ ਅਜਿਹੇ ਜਿਹੜੇ ਇਵੈਂਟਸ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਤੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਤੇ ਅਧਿਆਪਕ ਸਾਥੀਆਂ ਨੂੰ ਲਰਨਿੰਗ ਬਾਈ ਡੂਇੰਗ ਵਾਲੇ ਕਨਸੈਪਟ ਨੂੰ ਧਿਆਨ ਵਿੱਚ ਰੱਖਦੇ ਐਸੀਆਂ ਐਕਟੀਵਿਟੀਆਂ ਕਰਾਉਣੀਆਂ ਚਾਹੀਦੀਆਂ ਨੇ ਤਾਂ ਜੋ ਬੱਚੇ ਜੀਵਨ ਦੇ ਵਿੱਚ ਹਰ ਇੱਕ ਕੰਮ ਨੂੰ ਪ੍ਰਯੋਗੀ ਤੇ ਪ੍ਰੈਕਟੀਕਲ ਰੂਪ ਦੇ ਵਿੱਚ ਕਰਨ। ਹਾਂਜੀ, ਅੱਜ ਦੇ ਵਿਰਾਸਤੀ ਮੇਲੇ ਦੀ ਹੁਣ ਲਗਭਗ ਸਮਾਪਤੀ ਹੋ ਚੁੱਕੀ ਆ। ਇਸ ਮੇਲੇ ਵਿੱਚ ਕੀ ਕੁਝ ਸੀ ਖਾਸ ਉਹ ਆਪਾਂ ਵਿਦਿਆਰਥੀਆਂ ਨਾਲ ਆਓ ਗੱਲਬਾਤ ਕਰਦੇ ਹਾਂ। ਕੁਛ ਇਸ ਸਕੂਲ ਦੇ ਵਿਦਿਆਰਥੀ, ਉਹਨਾਂ ਦਾ ਜਿਹੜਾ ਅੱਜ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਆਓ ਗੱਲਬਾਤ ਕਰਦੇ ਹਾਂ। ਲਓ ਜੀ, ਅੱਜ ਦੇ ਇਸ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ हैं ਇੱਥੋਂ ਦੇ विद्यार्थी ਨਾਲ। ਹਾਂਜੀ बेटा, ਤੁਹਾਡਾ ਨਾਮ? जीनिया धवन। मैं कक्षा 8वीं की विद्यार्थी हूँ। यह आज हमारे स्कूल में, हमारे विद्यालय में नवंबर प्रोग्राम रखा गया था जिसमें सभी बच्चों ने अलग अलग प्रकार की प्रदर्शनियाँ बनाई और अपने ज्ञान को बढ़ाते हुए बहुत से जजेस भी आए और जिन्होंने हमें बहुत सी ज्ञान की बातें बताई और हमें बहुत कुछ सिखाया। आज का यह जो प्रोग्राम है ये सभी स्कूलों में होना चाहिए क्योंकि इससे शिक्षा प्रणाली 2020 के तहत जैसे शिक्षक पढ़ाते हैं उनमें अध्यापकों की मदद होती है। ਦੇ ਵਿੱਚ ਅਸੀਂ ਵੇਖਦੇ ਆ ਕਿ ਇੱਥੇ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਸੀ ਉਹਦੇ ਤਹਿਤ ਬਹੁਤ ਸਾਰੇ ਜਿਹੜੇ ਬੱਚੇ ਨੇ ਝੂਲੇ ਲੈ ਰਹੇ ਨੇ, ਇਸ ਪ੍ਰੋਗਰਾਮ ਦਾ ਆਨੰਦ ਲੈ ਰਹੇ ਨੇ। ਆਓ ਗੱਲਬਾਤ ਕਰਦੇ ਇਹਨਾਂ ਬੱਚਿਆਂ ਦੇ ਨਾਲ ਕਿ ਉਹ ਕਿੱਦਾਂ ਦਾ ਜਿਹੜਾ ਮਹਿਸੂਸ ਕਰ ਰਹੇ ਨੇ। ਹਾਂਜੀ ਬੇਟਾ, ਤੁਸੀਂ ਕਿੱਦਾਂ ਇੰਜੋਏ ਕਰ ਰਹੇ ਹੋ? ਅਸੀਂ ਬਹੁਤ ਵਧੀਆ ਇੰਜੋਏ ਕੀਤਾ। ਅਸੀਂ ਝੂਲੇ ਲਏ, ਪਿੰਗਾ ਝੂਟੀਆਂ ਤੇ ਪਿੰਗਾ ਵੀ ਪਾਈਆਂ ਗਈਆਂ ਤੇ ਪੇਰੈਂਟਸ ਨੂੰ ਵੀ ਬੁਲਾਇਆ ਗਿਆ ਹੈ। ਜਿਹੜਾ ਅੱਜ ਦਾ ਇਹ ਫੈਸਟੀਵਲ ਸੀ, ਤੁਸੀਂ ਕਿਹੜੇ ਇਵੈਂਟਾਂ ਦੇ ਵਿੱਚ ਭਾਗ ਲਿਆ? ਅਸੀਂ ਪੰਜਾਬੀ ਕਲਚਰ ਦੇ ਵਿੱਚ ਐਂਡ ਮਾਡਲਸ ਦੇ ਵਿੱਚ। ਓਕੇ, ਹੁਣ ਤੁਸੀਂ ਕੀ ਕਰ ਰਹੇ ਹੋ? ਅਸੀਂ ਹੁਣ ਪਿੰਗਾ ਝੂਟ ਰਹੇ ਹਾਂ। ਹਾਂਜੀ, ਇੱਕ ਛੋਟਾ ਜਿਹਾ ਬੱਚਾ ਹੋਰ ਤਿਆਰ ਹੋਇਆ ਖੜਾ, ਅਸੀਂ ਉਹਦੇ ਨਾਲ ਗੱਲ ਕਰਦੇ ਹਾਂ। ਹਾਂਜੀ ਬੇਟਾ, ਤੁਹਾਡਾ ਨਾਮ? ਨਿਮਰਤਵੀਰ ਕੌਰ। ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਹਾਨੂੰ? ਬਹੁਤ ਵਧੀਆ। ਇੰਜੋਏ ਕੀਤਾ? Yes. ਵੈਰੀ ਗੁੱਡ। ਇਹ ਛੋਟੇ ਬੱਚੇ ਸੀ ਜਿਹੜੇ ਦੱਸ ਰਹੇ ਨੇ ਕਿ ਇਹਨਾਂ ਨੇ ਬਹੁਤ ਵਧੀਆ ਜਿਹੜਾ ਅੱਜ ਦੇ ਪ੍ਰੋਗਰਾਮ 'ਚ ਆਨੰਦ ਲਿਆ। ਹਾਂਜੀ ਬੇਟਾ, ਤੁਹਾਡਾ ਨਾਮ? ਨਿਮਰਜੀਤ ਕੌਰ ਸਰ। ਤੁਸੀਂ ਹੁਣ ਇਸ ਟਾਈਮ ਕੀ ਕਰ ਰਹੇ ਹੋ? ਸਰ ਅਸੀਂ ਪਿੰਗ ਝੂਟ ਰਹੇ ਸੀਗੇ। ਜਿਹੜਾ ਅੱਜ ਦਾ ਫੈਸਟੀਵਲ ਸੀ ਤੁਸੀਂ ਇੰਜੋਏ ਕੀਤਾ? ਸਰ ਬਹੁਤ ਜ਼ਿਆਦਾ ਇੰਜੋਏ ਕੀਤਾ। ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਜਿਹੜੀਆਂ ਚੀਜ਼ਾਂ ਸੀਗੀਆਂ ਵਧੀਆ ਲੱਗੀਆਂ? ਸਰ ਸਾਰੀਆਂ ਚੀਜ਼ਾਂ ਹੀ ਬਹੁਤ ਵਧੀਆ ਲੱਗੀਆਂ। ਤੁਸੀਂ ਜਿਹੜਾ ਇਵੈਂਟ ਉਰੇ ਹੋਇਆ ਉਹਦੇ ਵਿੱਚ ਕਿਹੜੇ ਇਵੈਂਟ 'ਚ ਭਾਗ ਲਿਆ ਤੇ ਕੀ ਕੰਮ ਕੀਤਾ ਸੀ ਤੁਸੀਂ?
ਸਰ ਅਸੀਂ ਪੰਜਾਬੀ ਵਿਸ਼ੇ ਵਿੱਚ ਭਾਗ ਲਿਆ ਸੀ। ਉੱਥੇ ਅਸੀਂ ਮੱਕੀ ਦੀਆਂ ਰੋਟੀਆਂ ਬਣਾਈਆਂ ਸੀ ਤੇ ਸਰਸੋਂ ਦਾ ਸਾਗ ਬਣਾਇਆ ਸੀ ਅਤੇ ਅਸੀਂ ਮਾਡਲਸ ਵਿੱਚ ਵੀ ਭਾਗ ਲਿਆ ਸੀ। ਤੁਹਾਡੇ ਜਿਹੜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸੀ, ਜਿਹੜੇ ਅੱਜ ਦੇ ਗੈਸਟ ਆਏ ਸੀਗੇ, ਉਹਨਾਂ ਨੇ ਖਾਧਾ ਤੇ ਕਿਵੇਂ ਤੁਸੀਂ ਉਹਨਾਂ ਨੂੰ ਖਵਾਇਆ ਸੀ ਫਿਰ? ਅਸੀਂ ਉਹਨਾਂ ਨੂੰ ਥਾਲ ਵਿੱਚ ਪਾ ਕੇ ਰੋਟੀ ਦੇ ਉੱਪਰ ਸਾਗ ਧਰ ਕੇ ਦਿੱਤਾ ਸੀਗਾ ਤਾਂ ਉਹ ਬਹੁਤ ਖੁਸ਼ ਹੋਏ ਖਾ ਕੇ। ਹਾਂਜੀ, ਇਹ ਬੱਚੇ ਨੇ ਜਿਹੜੇ ਇੱਥੇ ਰੰਗਾ ਰੰਗ ਪ੍ਰੋਗਰਾਮ ਦੇ ਤਹਿਤ ਆਪਣਾ ਇੰਜੋਏ ਵੀ ਕਰ ਰਹੇ ਨੇ ਤੇ ਹੁਣ ਛੁੱਟੀ ਹੋਣ ਦਾ ਟਾਈਮ ਆ। ਹੋਰ ਇੱਕ ਦੋ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਆਓ ਆਪਾਂ ਗੱਲਬਾਤ ਕਰਦੇ। ਹਾਂਜੀ ਬੇਟਾ, ਤੁਹਾਡਾ ਨਾਮ? ਸਰ ਨੂਰਦੀਪ ਕੌਰ। ਅੱਛਾ ਬੇਟਾ, ਤੁਸੀਂ ਕਿਹੜੇ ਇਵੈਂਟ ਦੇ ਵਿੱਚ ਭਾਗ ਲਿਆ? ਸਰ ਅਸੀਂ ਪੰਜਾਬੀ। ਇੱਕ ਇਹ ਬੱਚਾ, ਤੁਸੀਂ ਰਿਲੀਜਨ ਵਿਸ਼ੇ 'ਚ ਵੀ ਖੜੇ ਸੀ। ਰਿਲੀਜਨ ਵਿਸ਼ੇ ਦੇ ਕਿਹੜੇ ਕਿਹੜੇ ਮਾਡਲ ਤੁਹਾਡੇ ਅੰਡਰ ਸੀਗੇ, ਤੁਸੀਂ ਜਿਨ੍ਹਾਂ ਬਾਰੇ ਦੱਸਿਆ? ਕਿਹੜੇ ਕਿਹੜੇ ਮਾਡਲ, ਮਤਲਬ ਕੀ ਕੀ ਸੀ ਉਹਨਾਂ ਵਿੱਚ? ਸਰ ਉਹਨਾਂ ਵਿੱਚ ਇੱਕ ਭਾਈ ਤਾਰੂ ਜੀ ਦੀ ਸ਼ਹੀਦੀ ਬਾਰੇ ਦੱਸਿਆ ਸੀ। ਸਰ ਨਿਸ਼ਾਨ ਸਾਹਿਬ ਬਾਰੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਵੇਂ ਹੋਈ ਸੀ ਸਰ, ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਵੇਂ ਹੋਈ ਸੀ। ਜਦੋਂ ਬਾਬਾ ਕਿਰਪਾਲ ਸਿੰਘ ਜੀ ਆਉਂਦੇ ਨੇ, ਤੁਸੀਂ ਆਪਣੇ ਮਾਡਲ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ? ਸਰ ਯੈਸ। ਸਿੱਖ ਧਰਮ ਬਾਰੇ ਜਿਹੜੀ ਜਾਣਕਾਰੀ ਤੁਸੀਂ ਮਾਡਲ ਦੇ ਥਰੂ ਦਿੱਤੀ, ਕੀ ਤੁਹਾਨੂੰ ਸਕੂਲ ਦੇ ਵਿੱਚ ਉਦਾਂ ਪੜ੍ਹਾਇਆ ਜਾਂਦਾ ਸਾਰਾ ਕੁਝ? ਸਰ ਯੈਸ। ਸੋ ਇਹ ਜਿਹੜੇ ਬੱਚੇ ਨੇ, ਇਹ ਸਿੱਖ ਧਰਮ ਦੇ ਜਿਹੜੇ ਮਾਡਲ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਭਾਗ ਲਿਆ। ਸੋ ਆਓ ਇੱਕ ਦੋ ਹੋਰ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਜੀ। ਇਸੇ ਸਕੂਲ ਦੇ ਕੁਝ ਹੋਰ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬੇਟਾ, ਤੁਹਾਡਾ ਨਾਮ? ਸਰ ਮੇਰਾ ਨਾਮ ਗੁਰਸ਼ਾਈਨ ਕੌਰ ਹੈ। ਅੱਛਾ, ਤੁਸੀਂ ਬੇਟਾ ਕਿਹੜੇ ਮਤਲਬ ਜਿਹੜੇ ਵਿਸ਼ੇ ਦੇ ਮਾਡਲ ਬਣਾਏ ਤੇ ਤੁਹਾਡਾ ਜਿਹੜਾ ਟੌਪਿਕ ਕੀ ਸੀਗਾ? ਸਰ ਸਾਡਾ ਟੌਪਿਕ ਸਾਡੀਆਂ ਰੁੱਤਾਂ ਸੀ, ਅਸੀਂ ਪੰਜਾਬੀ ਦਾ ਮਾਡਲ ਬਣਾਇਆ ਸੀ। ਤੇ ਜਿਹੜਾ ਅੱਜ ਦਾ ਇਹ ਫੈਸਟੀਵਲ ਹੋਇਆ, ਤੁਹਾਨੂੰ ਇਸ ਫੈਸਟੀਵਲ 'ਚ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਸੀ ਉਹ ਬਹੁਤ ਵਧੀਆ ਲੱਗੀਆਂ? ਸਰ ਮੈਨੂੰ ਮਾਡਲ ਬਹੁਤ ਸੋਹਣੇ ਲੱਗੇ ਤੇ ਮੇਰਾ ਪਿੰਡ ਬਹੁਤ ਸੋਹਣਾ ਲੱਗਿਆ। ਓਕੇ, ਇਹ ਸੀਗੀ ਲੜਕੀ ਗੁਰਸ਼ਾਈਨ। ਅੱਗੇ ਇੱਕ ਬੱਚਾ ਹੋਰ ਗੱਲਬਾਤ ਕਰ। ਹਾਂਜੀ ਬੇਟਾ, ਤੁਹਾਡਾ ਨਾਮ? ਸਰ ਸਹਿਜਪ੍ਰੀਤ ਕੌਰ। ਤੁਸੀਂ ਬੇਟਾ ਕਿਹੜੇ ਵਿਸ਼ੇ ਦਾ ਜਿਹੜਾ ਮਾਡਲ ਸੀ ਤੁਸੀਂ ਬਣਾਇਆ? ਸਰ ਪੰਜਾਬੀ ਸਾਡੀਆਂ ਰੁੱਤਾਂ। ਅੱਛਾ, ਇਹ ਜਿਹੜਾ ਅੱਜ ਦਾ ਪ੍ਰੋਗਰਾਮ ਸੀ, ਜੇ ਤੁਹਾਡੇ ਚੇਤੇ ਹੋਵੇ, ਅੱਜ ਇਹਦੇ ਕਿਹੜੀਆਂ ਕਿਹੜੀਆਂ ਗੱਲਾਂ ਖਾਸ ਸੀਗੀਆਂ? ਸਰ ਇਸ ਦਾ ਸਾਨੂੰ ਪੰਜਾਬੀ ਵਿਰਸਾ ਬਹੁਤ ਸੋਹਣਾ ਲੱਗਿਆ। ਪੰਜਾਬੀ ਵਿਰਸੇ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਖੀਆਂ ਤੁਹਾਡੇ ਵੱਲੋਂ? ਸਰ ਸਾਗ ਸਰੋਂ ਦਾ, ਮੱਕੀ ਦੀ ਰੋਟੀ, ਸਰ ਖਿੱਲਾਂ, ਸਰ ਖੁਦ ਭੁੰਨੀਆਂ ਹੋਈਆਂ, ਸਰ ਉਹ ਬਹੁਤ ਵਧੀਆ ਲੱਗਿਆ। ਜੋ ਪੁਰਾਣੀਆਂ ਵਿਰਸੇ ਦੀਆਂ ਚੀਜ਼ਾਂ ਸੀ ਉਹ ਵੀ ਬਹੁਤ ਵਧੀਆ ਲੱਗੀਆਂ, ਪਹਿਲੀ ਵਾਰ ਦੇਖਣ ਨੂੰ ਮਿਲੀਆਂ ਸੀ। ਓਕੇ, ਲਓ ਜੀ, ਇਹ ਸਨ ਕੁਝ ਬੱਚੇ। ਕੁਝ ਜਿਹੜੇ ਸਾਡੇ ਪੇਰੈਂਟਸ ਸੀ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਆਏ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਸੀਂ ਦੀਵਾਨ ਟੋਡਰਮਲ ਪਬਲਿਕ ਸਕੂਲ ਕਾਕੜਾ ਦੇ ਵਿਹੜੇ ਵਿੱਚ ਆਏ, ਤੇ ਜਿਹੜਾ ਅੱਜ ਦਾ ਇੱਥੇ ਪ੍ਰੋਗਰਾਮ ਸੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਪ੍ਰੋਗਰਾਮ ਲੱਗਿਆ ਜੀ। ਜਿਵੇਂ ਆਪਣਾ ਕਿ ਪਿਛਲਾ ਕਲਚਰ ਹੈ ਉਹਦੇ ਵਾਸਤੇ ਮਤਲਬ ਬੱਚਿਆਂ ਨੂੰ ਤੁਸੀਂ ਪ੍ਰੇਰਿਤ ਕੀਤਾ। ਬੱਚਿਆਂ ਨੂੰ ਕਈ ਚੀਜ਼ਾਂ ਦਾ ਤਾਂ ਬਿਲਕੁਲ ਹੀ ਨਹੀਂ ਪਤਾ ਹੈਗਾ ਕਿ ਉਹਨਾਂ ਨੇ ਅੱਜ ਦੇਖ ਕੇ ਮਤਲਬ ਪੁੱਛਿਆ, ਤੇ ਉਹਦੇ ਬਾਰੇ ਸਾਨੂੰ ਵੀ ਮਤਲਬ ਬਹੁਤ ਵਧੀਆ ਲੱਗਿਆ ਵੀ ਜਿਹੜੀਆਂ ਅਸੀਂ ਬੱਚੇ ਹੁੰਦੇ ਸੀ ਉਦੋਂ ਦੇਖਦੇ ਸੀ ਇਹ ਚੀਜ਼ਾਂ, ਕਿ ਉਹ ਹੁਣ ਅਲੋਪ ਹੋ ਰਹੀਆਂ ਸੀ। ਪਰ ਹੁਣ ਜਿਹੜਾ ਕੁਛ ਤੁਸੀਂ ਮਤਲਬ ਪਿਛਲਾ ਦਿਖਾਇਆ ਨਾ, ਇਹ ਸਾਨੂੰ ਬਹੁਤ ਵਧੀਆ ਲੱਗਿਆ, ਕਿਉਂਕਿ ਅੱਜ ਕੱਲ੍ਹ ਦਾ ਜਿਹੜੀ ਨਵੀਂ ਪਨੀਰੀ ਇਹਨਾਂ ਨੂੰ ਤਾਂ ਉਹਨਾਂ ਬਾਰੇ ਕੋਈ ਨੌਲੇਜ ਹੀ ਨਹੀਂ ਸੀ। ਹੁਣ ਜਦੋਂ ਬੱਚੇ ਦੇਖਣਗੇ, ਉਹ ਘਰੇ ਵੀ ਸਾਨੂੰ ਪੁੱਛਣਗੇ ਵੀ ਮੇਰੀ ਪੋਤੀ ਪੜ੍ਹਦੀ ਹੈ ਇੱਥੇ, ਉਹ ਵੀ ਪੁੱਛੂਗੀ ਵੀ ਦਾਦੀ ਜੀ ਇਹ ਕੀ ਸੀ, ਇਹ ਕੀ ਸੀ, ਹੈ ਨਾ। ਜੀ ਜੀ। ਪਹਿਲੀ ਚੀਜ਼ ਬਾਰੇ ਜੇ ਆਪਾਂ ਨੂੰ ਪਤਾ ਹੈ, ਪੁਰਾਤਨ ਚੀਜ਼ਾਂ ਬਾਰੇ, ਤਾਂ ਬੱਚਿਆਂ ਦੀ ਨੌਲੇਜ ਵੱਧ ਰਹੀ ਹੈ। ਅੱਜ ਕੱਲ੍ਹ ਤਾਂ ਜੋ ਕੁਝ ਹੋ ਰਿਹਾ ਠੀਕ ਹੈ, ਦੇਖੋ ਜਿਵੇਂ ਮੱਕੀ ਦਾ ਖਾਣਾ ਬਣ ਰਿਹਾ ਸੀ, ਸਾਗ ਸੀ ਤੇ ਚਟਨੀ ਵਗੈਰਾ, ਜਾਂ ਪਹਿਲੀਆਂ ਚੀਜ਼ਾਂ ਗੁਹਾਰੇ, ਕੁੱਪ ਲਾਏ ਜਾਂਦੇ ਸੀ। ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਕੁੱਪ ਕੀ ਚੀਜ਼ ਹੁੰਦੀ ਆ। ਇਹਦੇ ਬਾਰੇ ਸਾਨੂੰ ਮਤਲਬ ਬਹੁਤ ਹੀ ਵਧੀਆ ਲੱਗਿਆ। ਇੱਕ ਤਰ੍ਹਾਂ ਦਾ ਜਾਗਰਤਾ ਰੂਪ ਦੇ ਵਿੱਚ ਸੀ ਤੁਹਾਡਾ ਪ੍ਰੋਗਰਾਮ, ਸਾਨੂੰ ਬਹੁਤ ਪਸੰਦ ਆਇਆ। ਅੱਗੇ ਨੂੰ ਵੀ ਅਸੀਂ ਕਹਿਣਾ ਵੀ ਇਸੇ ਤਰ੍ਹਾਂ ਪ੍ਰੋਗਰਾਮ ਹੁੰਦਾ ਰਹੇ ਤੇ ਬੱਚਿਆਂ ਨੂੰ ਨੌਲੇਜ ਆਉਂਦੀ ਰਹੇ ਤੇ ਪਤਾ ਲੱਗਦਾ ਰਹੇ। ਇਹ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਨਾਲ ਇੱਥੇ ਕੁਝ ਰਿਲੀਜਨ ਬਾਰੇ, ਕੁਝ ਛੋਟੇ ਬੱਚੇ ਦੀ ਕ੍ਰੀਏਟੀਵਿਟੀ ਸੀ, ਰਿਲੀਜਨ ਬਾਰੇ ਜਿਹੜੇ ਮਾਡਲ ਸੀ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਧਰਮ ਦੇ ਜਿਹੜੇ ਮਾਡਲ ਸੀਗੇ? ਹਾਂਜੀ, ਧਰਮ ਦੇ ਸੀਗੇ, ਉਹ ਵੀ ਬਹੁਤ ਵਧੀਆ ਸੀ, ਜਿਹਦੇ ਬਾਰੇ ਕਿ ਇਹ ਜਿਹੜਾ ਸਕੂਲ ਹੈ ਦੀਵਾਨ ਟੋਡਰਮਲ, ਕਿ ਉਹਨਾਂ ਦੀ ਜਿਹੜੀ ਆਪਣੇ ਹੈਸੀਅਤ ਦੇ ਮੁਤਾਬਕ ਉਹਨਾਂ ਨੇ ਆਪਣੇ ਮਤਲਬ ਸਮੇਂ ਦੇ ਵਿੱਚ ਜੋ ਮਤਲਬ ਆਪ ਦੀ ਉਹਨਾਂ ਨੇ ਚੰਗੇ ਕੰਮ ਕੀਤੇ ਨੇ, ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਸੰਸਕਾਰ ਦਾ ਕੰਮ ਕੀਤਾ ਹੈਗਾ, ਉਹਦੇ ਮਤਲਬ ਤੁਸੀਂ ਇਹ ਸਕੂਲ ਉਹਨਾਂ ਦੇ ਨਾਂ 'ਤੇ ਬਣਿਆ। ਤੇ ਸਭ ਤੋਂ ਪਹਿਲਾਂ ਤੇ ਕਿ ਮੈਂ ਉਹਨਾਂ ਨੂੰ ਸਿਰ ਝੁਕਾ ਕੇ ਬਹੁਤ ਨਮਸਕਾਰ ਕਰਦੀ ਹਾਂ, ਭਾਈ ਟੋਡਰਮਲ ਜੀ ਨੂੰ। ਜਦੋਂ ਕਿ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਹਾਂ ਦੀਵਾਨ ਟੋਡਰਮਲ ਵਿੱਚ ਸਾਡਾ ਬੱਚਾ ਪੜ੍ਹਦਾ ਹੈ, ਤੇ ਉਹਨਾਂ ਦੀ ਯਾਦ ਆਉਂਦੀ ਹੈ, ਤੇ ਬੱਚਿਆਂ ਨੂੰ ਵੀ ਦੱਸਿਆ ਜਾਂਦਾ ਇਸ ਤਰ੍ਹਾਂ
ਤੇ ਧਰਮ ਬਾਰੇ ਇੱਥੇ ਨੌਲੇਜ ਦਿੱਤੀ ਜਾਂਦੀ ਹੈ ਬਹੁਤ ਵਧੀਆ। ਤੇ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਪੰਜ ਪਿਆਰਿਆਂ ਦੇ ਨਾਮ ਪਤਾ ਹੈ, ਗੁਰੂਆਂ ਦੇ ਨਾਮ ਪਤਾ ਹੈ, ਸਾਰਾ ਕੁਝ ਪਤਾ ਹੈ। ਇਸ ਦੇ ਨਾਲ ਵੀ ਅਸੀਂ ਬਹੁਤ ਸੰਤੁਸ਼ਟ ਹਾਂ ਕਿ ਸਾਡੇ ਸਿੱਖੀ ਧਰਮ ਬਾਰੇ ਵੀ ਇਸ ਸਕੂਲ ਦੇ ਵਿੱਚ ਪ੍ਰੇਰਿਤ ਕੀਤਾ ਜਾਂਦਾ ਹੈ ਜੀ। ਹਾਂਜੀ, ਇਹ ਸਨ ਕੁਝ ਮਾਪੇ ਜਿਹੜੇ ਇਸ ਸਮਾਗਮ ਦੇ ਵਿੱਚ ਆਏ, ਜਿਨ੍ਹਾਂ ਨਾਲ ਵੀ ਅਸੀਂ ਗੱਲਬਾਤ ਕਰੀ ਹੈ, ਬਹੁਤ ਅੱਛੀ ਫੀਡਬੈਕ ਦਿੱਤੀ ਹੈ। ਸੋ ਇਦਾਂ ਦੇ ਜਿਹੜੇ ਸਮਾਗਮ ਨੇ, ਪ੍ਰੋਗਰਾਮ ਨੇ, ਸਾਨੂੰ ਸਾਰੇ ਸਕੂਲਾਂ ਦੇ ਵਿੱਚ ਕਰਨੇ ਚਾਹੀਦੇ ਨੇ, ਜਿਹਦੇ ਨਾਲ ਬੱਚੇ ਪੁਰਾਤਨ ਵਿਰਸੇ ਨਾਲ, ਆਪਣੀ ਸਿੱਖੀ ਨਾਲ, ਆਪਣੇ ਕਲਚਰ, ਆਪਣੇ ਸੱਭਿਆਚਾਰ ਨਾਲ ਜੁੜਦੇ ਨੇ। ਸੋ ਅਸੀਂ ਹੋਰ ਵੀ ਕੁਝ ਜਿਹੜੇ ਪੇਰੈਂਟਸ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਜਿਵੇਂ ਅਸੀਂ ਸਵੇਰ ਤੋਂ ਹੀ ਬਹੁਤ ਅੱਛੀ ਜਿਹੜੀ ਫੀਡਬੈਕ ਲੈ ਰਹੇ ਹਾਂ ਐਨੇ ਸੋਹਣੇ ਪ੍ਰੋਗਰਾਮ ਨੂੰ ਕਰਾਉਣ ਦੇ ਵਿੱਚ, ਜੇ ਅਸੀਂ ਗੱਲ ਕਰੀਏ ਬਾਬਾ ਕਿਰਪਾਲ ਸਿੰਘ ਜੀ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਕਾਰਜ ਨਿਭਾ ਰਹੇ ਸਰਦਾਰ ਸਰਬਜੀਤ ਸਿੰਘ ਜੀ ਤੇ ਸਾਡੇ ਇਸ ਸਕੂਲ ਦੇ ਜਿਹੜੇ ਮੁਖੀ ਨੇ ਪ੍ਰਿੰਸੀਪਲ ਮੈਡਮ ਡਾਕਟਰ ਯੋਗਿਤਾ ਸ਼ਰਮਾ ਜੀ, ਇਹ ਜਿਹੜਾ ਕ੍ਰੈਡਿਟ ਇਹਨਾਂ ਸਾਡੀਆਂ ਹਸਤੀਆਂ ਨੂੰ ਜਾਂਦਾ, ਕਿਉਂਕਿ ਇਹਨਾਂ ਦੀ ਯੋਗ ਅਗਵਾਈ ਸਦਕਾ ਹੀ ਜਿਹੜਾ ਐਸਾ ਪ੍ਰੋਗਰਾਮ ਸੀ ਅਸੀਂ ਉਲੀਕ ਸਕੇ। ਇਹ ਪ੍ਰੋਗਰਾਮ ਨੂੰ ਕਰਨ ਦਾ ਕਿੱਦਾਂ ਸਬੱਬ ਬਣਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਖਾਸ ਚੀਜ਼ਾਂ ਸੀ ਤੇ ਇਸ ਪ੍ਰੋਗਰਾਮ ਨੂੰ ਉਲੀਕਣ ਦਾ ਜਿਹੜਾ ਮੇਨ ਉਦੇਸ਼ ਸੀ ਉਹ ਕੀ ਰਿਹਾ, ਇਹ ਸਾਰੇ ਪ੍ਰੋਗਰਾਮ ਦੇ ਵਿੱਚ ਕਿੰਨੀਆਂ ਆਈਟਮਾਂ ਸੀ, ਕੀ ਕਾਰਜ ਕੀਤੇ ਗਏ, ਆਓ ਆਪਾਂ ਇਸ ਸੰਸਥਾ ਦਾ ਪ੍ਰਬੰਧ ਸੰਭਾਲਦੇ ਹੋਏ ਸਰਦਾਰ ਸਰਬਜੀਤ ਸਿੰਘ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਊ ਜਾਣਦੇ ਹਾਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਇਹ ਸਰ ਜਿਹੜਾ ਅੱਜ ਆਪਾਂ ਬਹੁਤ ਸੋਹਣਾ ਉਪਰਾਲਾ ਕੀਤਾ ਪੰਜਾਬੀ ਮਾਂ ਬੋਲੀ ਲਈ, ਪੰਜਾਬੀ ਕਲਚਰ ਲਈ ਤੇ ਬੱਚਿਆਂ ਨੂੰ ਇੱਕ ਨਵਾਂ ਗਿਆਨ ਦੇਣ ਲਈ, ਤੇ ਅੱਜ ਦੇ ਇਸ ਸਮਾਗਮ ਦੇ ਵਿੱਚ ਕੀ ਕੁਝ ਖਾਸ ਸੀ, ਕੀ ਆਪਾਂ ਨੇ ਮਤਲਬ ਉਹ ਕੋਸ਼ਿਸ਼ ਕੀਤੀ ਕਿ ਕੁਝ ਖਾਸ ਕਰੀਏ? ਦੇਖੋ, ਅੱਜ ਦੇ ਜਿਹੜਾ ਪ੍ਰੋਗਰਾਮ ਸੀਗਾ ਇਹਦੇ ਵਿੱਚ ਜਿਹੜਾ ਅੱਜ ਸਭ ਤੋਂ ਵਧੀਆ ਸੀਗਾ ਉਹ ਦੇਖੋ ਬੱਚਿਆਂ ਦੇ ਜਿਹੜੇ ਪ੍ਰੋਜੈਕਟ ਬਣਾਏ ਹੋਏ ਸਨ, 200 ਦੇ ਕਰੀਬ ਪ੍ਰੋਜੈਕਟ ਸੀਗਾ ਬੱਚਿਆਂ ਦਾ, ਜਿਹੜਾ ਕਿ ਬਹੁਤ ਹੀ ਮਿਹਨਤ ਨਾਲ ਅਤੇ ਜਿਹੜਾ ਬੱਚਿਆਂ ਨੇ ਬਹੁਤ ਤਰੀਕੇ ਦੇ ਮਤਲਬ ਅਦਬ ਨਾਲ ਜੋ ਵੀ ਮਹਿਮਾਨ ਸਾਡੇ ਬਾਹਰੋਂ ਆਏ ਉਹਨਾਂ ਨੂੰ ਸਮਝਾਇਆ। ਤੇ ਸਭ ਤੋਂ ਜਿਹੜਾ ਵਧੀਆ ਸਾਡਾ ਸੁਨੇਹਾ ਗਿਆ ਉਹ ਸਾਡਾ ਗਿਆ ਵੀ ਜੋ ਸਾਡੇ ਵਿਰਸੇ ਦੇ ਰਿਲੇਟਡ ਚੀਜ਼ਾਂ ਲੱਗੀਆਂ ਹੋਈਆਂ ਸਨ, ਵੀ ਜਿਵੇਂ ਜੋ ਸਾਡੀਆਂ ਚੀਜ਼ਾਂ ਵਿਰਸੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਉਹਦੇ ਰਿਲੇਟਡ ਜੋ ਪੁਰਾਣੇ ਘਰ ਦੇ ਜੋ ਮਾਈਆਂ ਪਹਿਲਾਂ ਪ੍ਰਸ਼ਾਦਾ ਪਾਣੀ ਜੋ ਵੀ ਚੁੱਲ੍ਹੇ ਚੌਂਕਿਆਂ 'ਤੇ ਪਕਾਉਂਦੀਆਂ ਸਨ, ਪਰਾਲੀ ਦੇ ਸੰਭਾਲ ਲਈ ਬੱਚਿਆਂ ਨੇ ਬਹੁਤ ਵਧੀਆ ਦੱਸਿਆ ਹੋਇਆ ਸੀਗਾ। ਪੰਜਾਬੀ ਨੂੰ ਮਤਲਬ ਉੱਚਾ ਚੁੱਕਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੋਇਆ ਸੀਗਾ। ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਯੋਗਿਤਾ ਸ਼ਰਮਾ ਜੀ ਦਾ, ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ, ਬਾਬਾ ਕਿਰਪਾਲ ਸਿੰਘ ਜੀ ਕਾਰ ਸੇਵਾ ਵਾਲੇ, ਜਿਨ੍ਹਾਂ ਨੇ ਸਾਨੂੰ ਹਮੇਸ਼ਾ ਹੀ ਕੋਈ ਵੀ ਕੰਮ ਕਰਨਾ ਹੈ ਵੱਧ ਚੜ੍ਹ ਕੇ ਉਹਨਾਂ ਨੇ ਮਤਲਬ ਸਾਨੂੰ ਕਿਹਾ ਹੈਗਾ ਵੀ ਕਰੋ, ਵਧੀਆ ਕੰਮ ਕਰੋ। ਉਹਦੇ ਕਰਕੇ ਵੀ ਸਾਡਾ ਅੱਜ ਜਿਹੜਾ ਪ੍ਰੋਗਰਾਮ ਸੀਗਾ ਉਹ ਬਹੁਤ ਹੀ ਵਧੀਆ ਰਿਹਾ। ਸਾਡੇ ਸਕੂਲ ਦੇ ਟੀਚਰਾਂ ਨੇ, ਪ੍ਰਿੰਸੀਪਲ ਨੇ, ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਜੀ। ਇਹ ਜਿਹੜੇ ਅੱਜ ਅਸੀਂ ਦੇਖੇ ਸੀ ਵੱਖ-ਵੱਖ ਸਕੂਲਾਂ ਤੋਂ ਪ੍ਰਿੰਸੀਪਲ, ਬਹੁਤ ਸਾਰੇ ਹੋਰ ਜੱਜਿਸ ਬੁਲਾਏ ਹੋਏ ਸੀ ਜੀ, ਉਹਨਾਂ ਦਾ ਮਤਲਬ ਅੱਜ ਦੇ ਸਮਾਗਮ ਦੇ ਵਿੱਚ ਕੋਈ ਰੋਲ ਸੀਗਾ ਖਾਸ ਅੱਜ ਦਾ? ਹਾਂਜੀ, ਉਹਨਾਂ ਨੇ ਫਿਰ ਸਾਰੇ ਸਕੂਲ ਦੇ ਜਿਹੜੇ ਪ੍ਰੋਜੈਕਟ ਬੱਚਿਆਂ ਦੇ ਬਣਾਏ ਹੋਏ ਸਨ ਮਾਡਲ, ਉਹਨਾਂ ਨੂੰ ਜੱਜ ਕੀਤਾ। ਜੱਜ ਤੋਂ ਬਾਅਦ ਉਹਨਾਂ ਨੇ ਜੋ ਵੀ ਆ ਉਹਨਾਂ ਨੂੰ ਫਸਟ ਸੈਕਿੰਡ ਥਰਡ ਜੋ ਵੀ ਉਹ ਕੱਢ ਕੇ ਗਏ ਨੇਗੇ, ਜਿਹੜਾ ਕਿ ਉਹਨਾਂ ਨੇ ਬਾਕੀ ਉਹ ਬਹੁਤ ਹੀ ਵਧੀਆ ਖੁਸ਼ ਹੋਏ ਨੇਗੇ ਵੀ ਇਹ ਬਹੁਤ ਵੱਡਾ ਵਧੀਆ ਉਪਰਾਲਾ ਸੀਗਾ, ਵੀ ਹਰ ਇੱਕ ਚੀਜ਼ ਨੂੰ ਵੇਖ ਕੇ ਉਹਨਾਂ ਨੇ ਵਧੀਆ ਮਤਲਬ ਸ਼ਲਾਘਾ ਜੋ ਕਦਮ ਸੀ ਜਿਹੜਾ ਕਹਿੰਦੇ ਤੁਹਾਡਾ, ਉਹ ਉਹਨਾਂ ਨੇ ਸਾਨੂੰ ਕਿਹਾ ਹੈ। ਇਹ ਸਰ ਜਿਵੇਂ ਹੋਰ ਬਹੁਤ ਸਾਰੇ ਸਕੂਲ ਨੇ, ਕੋਈ ਐਨੂਅਲ ਸਪੋਰਟਸ ਮੀਟ ਕਰਾਉਂਦਾ ਕਿ ਐਨੂਅਲ ਫੰਕਸ਼ਨ ਕਰਾਉਂਦਾ, ਜੇ ਤੁਸੀਂ ਆਪਣੇ ਮਾਧਿਅਮ ਰਾਹੀਂ ਕੋਈ ਸੁਨੇਹਾ ਦੇਣਾ ਚਾਹੋ ਕਿ ਦੂਸਰੇ ਸਕੂਲ ਵੀ ਕਿਸ ਤਰ੍ਹਾਂ ਦੇ ਉਪਰਾਲੇ ਕਰਨ ਜਿਵੇਂ ਆਪਾਂ ਉਪਰਾਲਾ ਕਰਿਆ? ਦੇਖੋ, ਉਪਰਾਲਾ ਇਹ ਹੈ ਵੀ ਜ਼ਿਆਦਾ ਜਿਹੜਾ ਅੱਜ ਸਾਡਾ ਉਪਰਾਲਾ ਸੀਗਾ CBSE ਦੇ ਰਿਲੇਟਡ ਜੋ ਵੀ ਸਕੂਲ ਨੇਗੇ, ਅਸੀਂ ਵੀ ਹਾਂ CBSE ਦੇ, ਅਸੀਂ ਉਹਦੇ ਰੂਲ ਸਾਰੇ ਫੋਲੋ ਕਰਦੇ ਹਾਂ, ਪਰ ਉਹਦੇ ਬਾਵਜੂਦ ਵੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਤੇ ਜੋ ਵੀ ਪੰਜਾਬੀ ਪਿਛਲਾ ਸਾਡਾ ਕਲਚਰ ਸੀ ਉਹਦੇ ਨਾਲ ਅੱਜ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਕਿ ਮੈਂ ਚਾਹੁੰਦਾ ਵਾਂ ਵੀ ਸਾਰੇ ਸਕੂਲਾਂ ਨੂੰ ਕਰਨਾ ਚਾਹੀਦਾ। ਤੇ ਇੱਕ ਜੋ ਪੰਜਾਬ ਸਰਕਾਰ ਹੈ, ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਨੇ ਵੀ ਉਪਰਾਲਾ ਚੁੱਕਿਆ ਵੀ ਪੰਜਾਬੀ ਦੇ ਵਿੱਚ ਬੋਰਡ ਹੋਣੇ ਚਾਹੀਦੇ ਨੇ, ਪੰਜਾਬ ਦਾ ਪਤਾ ਲੱਗੇ ਵੀ ਅਸੀਂ ਪੰਜਾਬ 'ਚ ਆ ਗਏ। ਤਾਂ ਮੈਂ ਇਹ ਕਹਿੰਦਾ ਵੀ ਉਹਨਾਂ ਦਾ ਵੀ ਉਪਰਾਲਾ ਬਹੁਤ ਵੱਡਾ ਹੈ ਤੇ ਸਾਡੇ ਸਕੂਲ ਨੇ ਵੀ ਪੰਜਾਬੀ ਲਈ ਵੀ ਬਹੁਤ ਵੱਡਾ ਉਪਰਾਲਾ ਮਾਰਿਆ, ਜਿਨ੍ਹਾਂ ਦਾ ਅਸੀਂ ਸਟਾਫ ਦਾ, ਸਾਰੇ ਦਾ, ਪ੍ਰਿੰਸੀਪਲ ਦਾ ਬਹੁਤ। ਹਾਂਜੀ, ਹੁਣ ਅਸੀਂ ਅਗਲੀ ਗੱਲਬਾਤ ਸਕੂਲ ਮੁਖੀ ਪ੍ਰਿੰਸੀਪਲ ਮੈਡਮ ਡਾਕਟਰ ਯੋਗਿਤਾ ਸ਼ਰਮਾ ਜੀ ਨਾਲ ਕਰਦੇ ਹਾਂ। ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਬਹੁਤ ਵਧੀਆ ਢੰਗ ਦੇ ਨਾਲ ਸ਼ੁਰੂ ਹੋਇਆ ਤੇ ਉਨੇ ਹੀ ਵਧੀਆ ਢੰਗ ਦੇ ਨਾਲ ਉਹ ਸਮਾਪਤੀ ਵੱਲ ਗਿਆ। ਸੋ ਆਓ ਗੱਲਬਾਤ ਕਰਦੇ ਹਾਂ ਪ੍ਰਿੰਸੀਪਲ ਮੈਡਮ ਡਾਕਟਰ ਯੋਗਿਤਾ ਸ਼ਰਮਾ ਜੀ ਨਾਲ। ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ। सत श्रीकाल जी। ਅੱਜ ਮੈਮ ਜਿਹੜਾ ਇਹ ਸਮਾਗਮ ਸੀ, ਪਹਿਲਾਂ ਤੁਸੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਕੀ ਸਮਾਗਮ ਸੀ, ਕੀ ਇਸ ਦਾ ਨਾਮ ਰੱਖਿਆ ਗਿਆ? सर देखिए, जो आज का प्रोग्राम था उसका नाम नवंबर फेस्ट 2022 दिया गया था। नवंबर फेस्ट जो हमने नाम दिया है उसमें हमारे कलेक्टिव मॉडल एग्जीबिशन थी। अगर मैं कलेक्टिव कहती हूँ दैट मीन्स उसमें हमारा सभी सब्जेक्ट्स इंक्लूडेड थे, इंग्लिश, हिंदी, मैथ, साइंस,
कंप्यूटर्स, इंफॉर्मेशन टेक्नोलॉजी, सोशल स्टडीज़, पंजाबी। तो बच्चों ने उसमें बढ़ चढ़ के हिस्सा लिया और ऑलमोस्ट 200 से अबव हमारे जो थे उसमें मॉडल्स थे। एक एडिशन जो इसमें किया गया वो है हमारा पंजाबी विरसा। जैसे अभी हमारे मैनेजर सर सरदार सरबजीत सिंह जी ने बताया कि जैसे बच्चे विरसा विरासत भूलते जा रहे हैं, तो वो हमने एक कोशिश की थी कि यहाँ पर वो जब सभी चीज़ हम प्रैक्टिकली करके दिखाएं। जब हम एकेडमिकली बात करते हैं, नई शिक्षा प्रणाली की बात करते हैं एज़ पर न्यू एजुकेशन पॉलिसी 2020, तो वो भी हमें कहती है लर्निंग बाय डूइंग। तो जो हम सीखते हैं वो हम करके दिखाएं। तो वो बच्चों ने आज एक कोशिश की, चाहे वो मॉडल के ज़रिए हो, चाहे वो कल्चर में विरसा विरासत फिज़िकली दिखाने के उसमें हो। जैसे अभी विरासत में हमने देखा कि किस तरह से मक्की की रोटी, साग प्रैक्टिकली बच्चे बना रहे हैं, सेवियां बट रहे हैं या डरना लगाया गया है, खेती दिखाई गई है। तो ये सारी कहीं चीज़ें बहुत हमसे दूर हो चुकी हैं और ये सब ने देखा और बड़े खुश हुए पेरेंट्स, उन्हें अच्छा लगा। खूब फ़ोटो सेशंस हुए और इनफैक्ट हमें भी अच्छा लगा, एक हौसला अफजाई हुई। ये जो भी प्रोग्राम आज हुआ है इसके पीछे हमारे अपने जो चेयरमैन साहब जी हैं, बाबा कृपाल सिंह जी कार सेवा वाले, साथ ही हमारे मैनेजर सिंह सरदार सरबजीत सिंह जी हैं, सारे मेरे टीचर्स, पेरेंट्स, बच्चों सभी के सहयोग से आज का ये प्रोग्राम जो है सफल हो पाया। थैंक यू। ਇੱਕ ਮੈਡਮ ਅਸੀਂ ਦੇਖਿਆ ਕਿ ਜਿਹੜੇ ਬੱਚਿਆਂ ਨੇ ਮਾਡਲ ਸੀ ਉਹਦੇ ਬਹੁਤ ਸਾਰੀ ਕ੍ਰੀਏਟੀਵਿਟੀ ਸੀ। ਮਾਡਲ ਕੀ ਬੱਚਿਆਂ ਤੋਂ ਉਹਨਾਂ ਦੇ ਜੇਬ ਦੇ ਉੱਪਰ ਕੋਈ ਲੋਡ ਪਿਆ ਜਾਂ ਕਿਸ ਤਰ੍ਹਾਂ ਤੁਸੀਂ ਮੈਨੇਜ ਕੀਤਾ ਕਿ ਮਾਡਲ ਕਿਸ ਤਰ੍ਹਾਂ ਬਣਾਏ ਜਾਂ ਉਹਨਾਂ ਲਈ ਕੋਈ ਤੁਹਾਡੇ खास इंस्ट्रक्शन सी कि इस तरह मॉडल बनाने हैं तुसीं? जी बिल्कुल, बहुत बढ़िया आपने क्वेश्चन जो मुझसे पूछा। जब हम लोग मॉडल्स की बात करते हैं तो ऐसा लगता है देखने में कि शायद बच्चों ने बहुत खर्चा किया है। नहीं, बिल्कुल भी नहीं। ये कॉस्ट फ्रेंडली, बजट फ्रेंडली हमारा मॉडल्स बने थे। इनफैक्ट जो जजमेंट जो हुई है उसमें भी एक क्राइटेरिया दिया गया था कॉस्ट फ्रेंडली। तो बच्चों ने बहुत ही कम खर्चे पे ये मॉडल्स प्रिपेयर किए हैं। जो भी चीज़ें घर में उपलब्ध थी, जो भी चीज़ हम उनको स्कूल से प्रोवाइड कर सकते थे, जो भी अपना सामान टीचर्स दे सकते थे, उससे सब ने मिलकर ये मॉडल्स प्रिपेयर हुए हैं। तो कोई बहुत खर्चा किसी बच्चे का इस मॉडल पे नहीं आया। इनफैक्ट सीखने को बहुत कुछ मिला कि कैसे घर की वो चीज़ें जो ख़राब हो जाती हैं, जब हम एक बेस की बात करते हैं, कार्डबोर्ड की, हार्डबोर्ड की बात करते हैं, जो चीज़ घर में फिकती हैं वो बच्चों ने बेस बनाकर उसके ऊपर मॉडल बनाया। तो ये बहुत ही जो था बहुत बढ़िया था। ਇੱਕ ਅਸੀਂ ਦੇਖਿਆ ਕਿ ਜਿਹੜੇ ਸਕੂਲ ਨੇ ਜੀ, ਹਰ ਇੱਕ ਸਕੂਲ 'ਚ ਇੱਕ ਟ੍ਰੈਂਡ ਚੱਲਦਾ ਕਿ ਐਨੂਅਲ ਫੰਕਸ਼ਨ ਮਨਾਉਂਦੇ ਨੇ ਜਿਹਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਖਰਚਾ ਹੋ ਜਾਂਦਾ ਤੇ ਉਹਦੀ ਆਊਟਪੁੱਟ ਬਹੁਤ ਘੱਟ ਨਿਕਲਦੀ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਲਚਰ ਦੀ ਗੱਲ ਕਰੀਏ, ਵਿਰਾਸਤ ਦੀ ਗੱਲ ਕਰੀਏ, ਧਰਮ ਦੀ ਗੱਲ ਕਰੀਏ, ਪੁਰਾਤਨ ਖੇਡਾਂ ਦੀ ਗੱਲ ਕਰੀਏ, ਹਰ ਇੱਕ ਚੀਜ਼ ਨੂੰ ਤੁਸੀਂ ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਸਕੂਲ ਐਨੂਅਲ ਫੰਕਸ਼ਨ ਮਨਾਉਂਦੇ ਨੇ, ਤੁਸੀਂ ਐਨੂਅਲ ਫੰਕਸ਼ਨ ਨਾ ਮਨਾਉਂਦੇ ਹੋਏ ਇਸ ਪ੍ਰੋਗਰਾਮ ਨੂੰ ਹੀ ਕਿਉਂ ਲਿਖਿਆ? बिल्कुल जी, जैसे सभी स्कूल्स आपने बताया एनुअल फंक्शन करते हैं, उस तरीके से मैंने ये सोचा कि देखिए बच्चों का एनुअल फंक्शन में क्या होता है, स्किट्स होती हैं, डांस होता है या बच्चा कुछ और एक्स्ट्रा जो अपना क्रिएटिविटी दिखाता है। बट ये जो एक मेरे माइंड में आया कि क्यों ना एनुअल फंक्शन का नाम नवंबर फेस्ट दे के उसमें छोटे बच्चों की कुछ प्रेजेंटेशंस थी, नर्सरी KG क्लास 1 और 2, उसके बाद हमारे मॉडल प्रेजेंटेशन थे ताकि बच्चे कुछ नया सीखें। जब हम डांस की बात करते हैं तो स्कूल में इस तरह के प्रोग्राम होते ही रहते हैं, बच्चों को आगे आने का अवसर मिलता ही रहता है। बट जब हम मॉडल की बात करते हैं वो तभी उनको अवसर मिलता है जब उनके टीचर, उनके पेरेंट्स, हम लोग सब उनको मिलकर गाइड करें। तो मुझे ऐसा लगा कि क्यों ना कुछ ऐसा करवाया जाए जो बच्चे को कुछ सिखाए, उसको एकेडमिकली भी जोड़े, कल्चर के साथ भी जोड़े, विरासत के साथ भी जोड़े। इसलिए एनुअल फंक्शन, ऑल्दो एनुअल फंक्शन नहीं है बट उसका नाम हमने नवंबर फेस्ट 2022 देकर एनुअल प्लस अपना मॉडल मेकिंग दोनों का हमने कलेक्टिव एक जो शो था वो दिखाया आप सबके सामने। ਇੱਕ ਜਿਵੇਂ ਅਸੀਂ ਦੇਖਦੇ ਹਾਂ ਕਿ ਕਲਚਰ ਦੀ ਐਕਟੀਵਿਟੀ ਹਰੇਕ ਸਕੂਲ ਦਿਖਾ ਰਿਹਾ। ਜੇ ਅਸੀਂ ਗੱਲ ਸਪੋਰਟਸ ਦੀ ਕਰੀਏ, ਆਪਣੇ ਸਕੂਲ ਦੀ ਕੋਈ ਸਪੋਰਟਸ ਪ੍ਰਾप्ति है जी? बिल्कुल जी, बिल्कुल। स्पोर्ट्स की इस बार अपनी बहुत बढ़िया अचीवमेंट्स रही हैं। वैसे तो स्पोर्ट्स में हमेशा ही स्कूल आगे रहा है बट इस बार अपने जो बच्चे हैं स्टेट को रिप्रेजेंट करके आए हैं। स्टेट हॉकी में हमारा बच्चा रिप्रेजेंट कर रहा है, स्टेट फुटबॉल गर्ल्स जो है मोहाली 6 गर्ल्स हमारी वो रिप्रेजेंट करके आई हैं, गतका में हम लोग आगे रहे हैं, हैमर थ्रो में हम लोग डिस्ट्रिक्ट अभी जीत के आए हैं, जोनल हमारा स्कूल ने बहुत बढ़िया रिप्रेजेंटेशन दिया है। तो इन एंड अराउंड अगर मैं एकेडमी के लिए बात करूँ, स्पोर्ट्स अचीवमेंट्स की बात करूँ, कल्चर की बात करूं तो हमारी यही कोशिश रहती है कि बच्चे को इन तीनों चीज़ों के साथ हम जोड़ें। ਇੱਕ ਅਸੀਂ ਇਹ ਤਾਂ ਹੋ ਗਈ ਸਪੋਰਟਸ ਦੀ ਗੱਲ। ਸਪੋਰਟਸ ਤੇ ਅਕਾਦਮਿਕ ਤੋਂ ਬਿਨਾਂ ਇੱਕ ਮੋਰਲ ਜਿਹੜੀ ਵੈਲਿਊ ਹੈ ਉਹਨੂੰ ਧਿਆਨ ਹਿੱਤ ਰੱਖਦੇ ਸਕੂਲ ਕੋਈ ਹੋਰ ਐਕਸਟਰਾ ਐਕਟੀਵਿਟੀ ਕਰ ਰਹੇ ਆ ਇਸ ਟਾਈਮ?
बिल्कुल जी, मॉरल वैल्यूज़ को ध्यान में रखते हुए एक कोशिश नाम की संस्था बनाई गई है, जिसमें हम लोग ध्यान रखते हैं कि हमारा इन्वायरमेंट प्रोटेक्शन हो। उसको अगर मैं रखूँ, इन्वायरमेंट की बात करती हूँ, तो ऑलमोस्ट 500 जो सैपलिंग्स हैं वो पूरे स्कूल को दिए गए, डोनेट किए गए, और बच्चों ने वो घर पे लगाए और उनकी परवरिश भी कर रहे हैं। यही नहीं, इनफैक्ट अपने विसिनिटी में, अपने लोकल एरिया में 200 के करीब पौधा हमने लगाया, जो कि हमें ग्लोबल वार्मिंग से बचाएगा। जब मैं बात करती हूँ इस एक कोशिश संस्था को आगे बढ़ाती हूँ, तो गुरुपर्व पे बच्चों ने, जो भी बच्चों के पास पुराने कपड़े या कहिए शूज़ हुए या स्टेशनरी हुई या मेडिसिन हुई, जिस भी तरीके से बच्चा कंट्रीब्यूट कर सकता था, बच्चे ने कंट्रीब्यूट किया है। वो सारा सामान हमने कलेक्ट करके नियर बाय एरियाज़ में, लोकल एरियाज़ में, जहाँ स्लम एरियाज़ में, जहाँ हमें लगा कि इन चीज़ की बहुत ज़रूरत है, वहाँ पर बच्चे डोनेट करके आए हैं। तो बच्चों को ये भी एक शिक्षा दी जा रही है, क्योंकि ये संस्था दीवान टोडरमल जी की संस्था है, उनके नाम से चल रही है। तो हमारी कोशिश होती है कि बच्चे की ऑल राउंड ग्रूमिंग करें, ऑल राउंड डेवलपमेंट करें, और वो कोशिश हमारी सदा ही जारी रहेगी। ਜਿਵੇਂ ਕਿ ਇੰਨੀਆਂ ਕੋਸ਼ਿਸ਼ਾਂ ਇਹ ਸਕੂਲ ਦੁਆਰਾ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਫੀਲਡ ਦੇ ਵਿੱਚ। ਇੱਕ ਹੁਣੀ ਜੀ ਨੈਸ਼ਨਲ ਅਵਾਰਡ ਹੋਏ ਨੇ, ਉਹਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ ਕਿ ਮੈਮ ਕੋਈ ਇਸ ਸਕੂਲ ਨੂੰ ਇਸ ਸਮੇਂ, ਇਸ ਸਾਲ ਕੋਈ ਅਵਾਰਡ, ਕੋਈ ਅਚੀਵਮੈਂਟ ਹੋਈ? बिल्कुल जी, नेशनल अवार्ड हमारे स्कूल को मिले हैं। हमको 2 नेशनल अवार्ड्स मिले हैं। पहला नेशनल अवार्ड हमको बेस्ट इको फ्रेंडली स्कूल का मिला है विद ए कैटेगरी। जैसा कि आप देख ही रहे हैं, मॉर्निंग से अगर आप हरे भरे हरियाली की बात करें, या जैसे मैंने आपको अभी अपना इन्वायरमेंट फ्रेंडली होने का बताया, तो उसको सबको नज़र में रखते हुए ए कैटेगरी से हम लोग नवाजे गए। ये एक नेशनल अवार्ड था। लास्ट ईयर भी स्कूल को अवार्ड मिला था, दैट वाज बजट फ्रेंडली अवार्ड। इस बार इको फ्रेंडली अवार्ड मिला है। साथ ही हम लोगों को प्रिंसिपल अवार्ड से मुझे सम्मानित किया गया। तो ये जो अवार्ड्स हैं, इसका सारा क्रेडिट बाबा कृपाल सिंह जी को जाता है, मेरी मैनेजमेंट को जाता है, सरदार सरबजीत सिंह जी को जाता है, मेरे टीचर्स को जाता है, पेरेंट्स और मेरे स्टूडेंट्स को। तो असली हकदार वही हैं जो हमको आगे स्टेज पर खड़ा करते हैं नेशनल अवार्ड लेने के लिए। हाँ जी, ये सन स्कूल मुखी प्रिंसीपल मैडम डॉक्टर योगिता शर्मा जी, तो उन्होंने नाल सरदार सरबजीत सिंह जी असीं गलबात की, जिन्हों ने अपनियां पूरियां साल दीयां प्राप्तियां भी गिनाइयां ते उद्देश दस्सिया कि इस फैसटीवल नूं कराउण दा जिहड़ा उद्देश सी वो की सी। सो इन्हां नाल गलबात करके सानूं बहुत अच्छा लग्या। तो एक मैसेज आंदा कि जिहड़े होर स्कूल ने उन्होंने भी दीवान टोडरमल पब्लिक स्कूल काकड़ा की तरह कोशिश करनी चाहिए है कि विद्यार्थियों को समय का हानि बनाने के लिए लर्निंग बाय डूइंग के कंसैप्ट पर काम करना चाहिए, तो नवी नवी स्किल्स सिखाउणियां चाहिए। हाँ जी, सत श्री अकाल जी। मेरा नाम कमलदीप सिंह झनेड़ी, मैं दीवान टोडरमल पब्लिक स्कूल काकड़ा मैनेजमेंट इंचार्ज के तौर पर ड्यूटी कर रहा। अज जो साडे इत्थे असीं यह एक विरासती प्रोग्राम करवाया सीगा, जो चीज़ां साडे विरसे दे विचों अलोप हुंदियां जा रहीआं ने अज कल दे बच्चों नूं, जिन्हां बारे नहीं जानकारी, असीं वो चीज़ां बारे जानकारी देण वास्ते ये जिहड़ा सारा प्रोग्राम रचे सी, जो कि पंजाबी पुराने कल्चर नूं दर्शाउंदा, जिहदे विच कि असीं चुल्हा चौंका उस तरह विच चुल्हा बना के इत्थे मक्की दी रोटी, सरसों दा साग सारा कुछ बना के बच्चों नूं खवाया, माँ प्यो उन्होंने भी खवाया। उस तो बाद दाने भुन्नण वाली भट्ठी इत्थे असीं लगाई है, वो भट्ठी भी असीं चलाई है, दिखाउण वास्ते नहीं, चला के भी दिखाई है, तो बच्चों नूं दाने भुन्न के खवाए भी ने। खेतों में जो पुरानियां आपां सन्ना बनाउंदे सी, किस तरह लोग रहिंदे सी, अपने गावां मੱਝਾਂ नूं रखदे सी सन्ना दे विच, ते आप भी गुजारा करदे सी पुराने समय 'ਚ। सन्न बनाई गई है। इत्थे खेत दिखाया गया किस तरह पहलां लोग खेतां नूं बाड़ करके उन्हां नूं मतलब कि डंगरां तो जो उजाड़े तो बचाउण लई बाड़ करदे सी, ਉਹ ਬਾੜ ਕੀਤੀ ਗਈ। उस तरह खेत ਦੇ ਵਿੱਚ ਮੋਟਰ ਲਗਾਈ ਗਈ ਹੈ ਪੁਰਾਣੇ ਤਰੀਕੇ ਨਾਲ। ਅਤੇ ਇੱਕ ਪੁਰਾਣਾ ਬਹੁਤ ਹੀ ਵਧੀਆ ਚੀਜ਼ ਹੈ ਜਿਹੜੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ, ਜਿਹਨੂੰ ਆਪਾਂ ਅੱਜ ਕੱਲ੍ਹ ਕਹਿੰਦੇ ਵੀ ਖੇਤਾਂ ਦੇ ਵਿੱਚ ਡਿਫੈਂਸ ਲਾਇਆ ਹੋਇਆ ਹੈ, ਉਸ ਨੂੰ ਅੱਗੇ ਕਹਿੰਦੇ ਸੀ ਅਰਲਾ ਕੋਟ। ਉਹ ਵੀ ਤੁਸੀਂ ਦੇਖੋਗੇ ਕਿ ਇੱਥੇ ਉਸੇ ਤਰ੍ਹਾਂ ਬੱਚਿਆਂ ਨੂੰ ਦਿਖਾਉਣ ਵਾਸਤੇ ਲਗਾਇਆ ਗਿਆ। ਉਸ ਤੋਂ ਬਾਅਦ ਤੂੜੀ ਵਾਲਾ ਕੁੱਪ ਅੱਜ ਵੀ ਕਿਤੇ ਕਿਤੇ ਬਿਰਲੇ ਨਜ਼ਰ ਆਉਂਦੇ ਨੇ, ਪਰ ਜ਼ਿਆਦਾਤਰ ਅਲੋਪ ਹੋ ਗਏ ਨੇ ਕਿਉਂਕਿ ਲੋਕਾਂ ਦੇ ਘਰ ਵੱਡੇ ਹੋ ਗਏ ਨੇ, ਘਰਾਂ ਵਿੱਚ ਤੂੜੀਆਂ ਪਾਉਣ ਲੱਗ ਗਏ। ਅਸੀਂ ਉਹ ਤੂੜੀ ਵਾਲਾ ਕੁੱਪ ਹੂਬਹੂ ਇੱਥੋਂ ਬੱਚਿਆਂ ਦੇ ਹੱਥੀਂ ਉਹਨਾਂ ਤੋਂ ਤਿਆਰ ਕਰਵਾਇਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਬਣਨਾ। ਉਹਦੇ ਨਾਲ ਝੋਨੇ ਦੀ ਪਰਾਲੀ ਬਾਰੇ ਉਹਨਾਂ ਨੂੰ ਜਿੱਥੇ ਪਰਾਲੀ ਬਾਰੇ ਦੱਸਿਆ ਗਿਆ, ਨਾਲ ਇਹ ਵੀ ਗਿਆਨ ਦਿੱਤਾ ਗਿਆ ਕਿ ਪਰਾਲੀ ਸਾੜਨ ਦੇ ਨੁਕਸਾਨ ਕੀ ਨੇ। ਉਸ ਬਾਰੇ ਖੁੰਡ ਚਰਚਾ ਬਾਰੇ ਖੁੰਡ ਦਿਖਾ ਕੇ ਬੱਚਿਆਂ ਨੂੰ ਕਿਸ ਤਰ੍ਹਾਂ ਅੱਗੇ ਬਜ਼ੁਰਗ ਮਤਲਬ ਕਿ ਇੱਥੇ ਖੁੰਡਾਂ 'ਤੇ ਬਹਿ ਕੇ ਚਰਚਾ ਕਰਦੇ ਸੀ, ਪਿੰਡ ਦੇ ਮਸਲੇ ਹੱਲ ਹੁੰਦੇ ਸੀ, ਸਾਰੀ ਗੱਲਬਾਤ ਉੱਥੋਂ ਪਤਾ ਲੱਗਦੀ ਸੀ, ਜਿਹਨੂੰ ਕਿ ਉਸ ਸਮੇਂ ਦਾ ਸੋਸ਼ਲ ਮੀਡੀਆ ਕਹਿ ਲਈਏ ਆਪਾਂ, ਵਟਸਐਪ ਕਹਿ ਲਈਏ। ਇਹਦੇ ਨਾਲ ਭੋਲਾ ਸਪੀਕਰਾਂ ਵਾਲੇ ਦਾ ਸੀ ਸੇਮ, ਜਿਸ ਤਰ੍ਹਾਂ ਵਿਆਹਾਂ ਦੇ ਵਿੱਚ ਮਤਲਬ ਕਿ 2 ਮੰਜੇ ਜੋੜ ਕੇ ਉੱਪਰ 2 ਪੁਰਾਣੀਆਂ ਜੁੰਟਾਂ ਲਗਾ ਕੇ ਉਹ ਸਾਰਾ ਦਿਖਾਇਆ ਗਿਆ ਕਿ ਅੱਗੇ ਸਪੀਕਰ ਤੇ ਤੁਸੀਂ ਆਮ ਸੁਣਦੇ ਹੋਵੋਗੇ ਕੁਲਦੀਪ ਮਾਣਕ ਜਾਂ ਮੁਹੰਮਦ ਸਦੀਕ ਕੁਰੀਆਂ ਦੇ, ਜਾਂ ਪੁਰਾਣੇ ਜੋ ਆਪਣੇ ਹੋਰ ਦਿੱਗਜ ਕਲਾਕਾਰ ਸੀ ਉਹਨਾਂ ਦੇ ਗਾਣੇ ਚੱਲਦੇ ਸੀ, ਉਹ ਸਾਰਾ ਇੱਥੇ ਸੇਮ ਟੂ ਸੇਮ ਅਸੀਂ ਦਿਖਾਇਆ।
ਪੂਰਾ ਕਲਚਰ ਇਹ ਨਹੀਂ ਕਿ ਆਰਟੀਫੀਸ਼ਲ ਹੈ, ਹੱਥਾਂ ਨਾਲ ਸੇਮ ਉਹ ਜਿੱਦਾਂ ਪਹਿਲਾਂ ਬਣਾਉਂਦੇ ਸੀ ਉਦਾਂ ਹੀ ਲਿਪਾ ਪੋਚੀ ਸਾਰਾ ਕੁਝ ਕਰਕੇ ਬਣਾਇਆ। ਤੇ ਸਾਡਾ ਮੇਨ ਮਕਸਦ ਇਹ ਸੀ ਕਿ ਜਿਹੜੇ ਜਿੱਥੇ ਸਾਡੀ ਧਾਰਮਿਕ ਸੰਸਥਾ ਇਹ ਸਕੂਲ ਹੈ ਜਿਹੜਾ ਸਾਡਾ ਧਾਰਮਿਕ ਸੰਸਥਾ ਦੇ ਨਾਲ ਜੁੜਿਆ ਹੈ, ਬਾਬਾ ਕਿਰਪਾਲ ਸਿੰਘ ਜੀ ਜੋ ਕਾਰ ਸੇਵਾ ਡੇਰਾ ਭਵਾਨੀਗੜ੍ਹ ਦੇ ਮੁਖੀ ਨੇ ਤੇ ਸਾਡੀ ਸੰਸਥਾ ਦੇ ਚੇਅਰਮੈਨ ਨੇ, ਉਹਨਾਂ ਦੇ ਉਪਰਾਲੇ ਨੇ ਤੇ ਅਸੀਂ ਧਾਰਮਿਕ ਸੰਸਥਾ ਦੇ ਨਾਲ ਜਿੱਥੇ ਧਾਰਮਿਕ ਪਹਿਰਾਵੇ ਨੂੰ ਤੇ ਧਾਰਮਿਕ ਸਿੱਖਿਆ ਨੂੰ ਅਸੀਂ ਅੱਗੇ ਵਧਾ ਰਹੇ ਹਾਂ, ਉੱਥੇ ਨਾਲ ਨਾਲ ਅਸੀਂ ਪੰਜਾਬੀ ਕਲਚਰ ਨੂੰ ਵੀ ਅੱਗੇ ਲੈ ਕੇ ਚੱਲੇ ਹਾਂ। ਸੋ ਇਹ ਸਾਡੇ ਸਾਰੇ ਸਟਾਫ, ਪ੍ਰਿੰਸੀਪਲ ਮੈਡਮ, ਸਾਡੇ ਜਿੰਨੇ ਵੀ ਟੀਚਰ ਨੇ, ਸਾਡੇ ਜਿੰਨੇ ਵੀ ਬੱਚੇ ਨੇ, ਸਾਰਿਆਂ ਨੇ ਇਹਦੇ ਵਿੱਚ ਮਤਲਬ ਕਿ ਬਰਾਬਰ ਦਾ ਯੋਗਦਾਨ ਪਾਇਆ ਔਰ ਦਿਨ ਰਾਤ ਮਿਹਨਤ ਕਰਕੇ ਅੱਜ ਇਹ ਜਿਹੜੀ ਅਸੀਂ ਚੀਜ਼ ਇੱਥੇ ਲੋਕਾਂ ਨੂੰ ਦਿਖਾਈ ਹੈ, ਮਾਂ ਪਿਓ ਨੂੰ ਦਿਖਾਈ ਹੈ। ਔਰ ਜਿੰਨੇ ਬਾਹਰੋਂ ਜੱਜ ਆਏ ਸੀਗੇ, ਜਿੰਨੇ ਮਾਂ ਪਿਓ ਆਏ ਸੀ, ਸਾਰਿਆਂ ਨੇ ਇਹ ਚੀਜ਼ ਦੀ ਬੜੀ ਸਰਾਹਨਾ ਕੀਤੀ ਹੈ ਕਿ ਇਹ ਪਹਿਲੀ ਵਾਰ ਹੋਇਆ ਕਿਸੇ ਸਕੂਲ ਨੇ ਇੰਨਾ ਵਧੀਆ ਪ੍ਰੋਗਰਾਮ ਹੈ ਜਿਹੜਾ ਪੰਜਾਬੀ ਕਲਚਰ ਨੂੰ ਦਰਸਾਉਣ ਵਾਸਤੇ ਕੀਤਾ ਜੀ। ਹਾਂਜੀ, ਇਹ ਸਨ ਇੱਥੋਂ ਦੇ ਜਿਹੜੇ ਪ੍ਰਬੰਧਕ, ਇਹਨਾਂ ਨੇ ਵੀ ਬਹੁਤ ਸੋਹਣੀ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜੋ ਪੰਜਾਬੀ ਵਿਰਸੇ ਦੇ ਵਿੱਚ ਖਾਸ ਸੀ ਉਹ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ। ਸੋ ਲੋੜ ਹੈ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਪਣੇ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਲਈ ਅਜਿਹੇ ਜਿਹੜੇ ਸਕੂਲ ਨੇ ਸਾਰਿਆਂ ਨੂੰ ਐਸੇ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਪੰਜਾਬੀ ਮਾਤ ਭਾਸ਼ਾ ਨਾਲ, ਪੰਜਾਬੀ ਸੱਭਿਆਚਾਰ ਨਾਲ ਅਤੇ ਆਪਣੇ ਧਰਮ ਨਾਲ ਜੁੜੇ ਰਹਿਣ। ਸੋ ਅਸੀਂ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਜੀ।